बिस्मिल्लाहिर्रहमानिर्रहीम। शुरू करता हूँ अल्लाह ताला के बाबरकत नाम से जो बड़ा मेहरबान और नहायत रहम करने वाला है। नाजरीन, हम 5-6 माह से 72 न्यूज़ पर ज़िला मंडी बहाउद्दीन की मुख्तलिफ जो वेलफेयर कमेटियाँ हैं उनके साथ प्रोग्राम्स कर रहे हैं ताकि लोगों तक ये पैगाम पहुंचा सकें कि किस तरह मंडी बहाउद्दीन में वेलफेयर कमेटियों के प्लेटफॉर्म से फलाई काम हो रहे हैं। फलाई इंसानियत के लिए लोग जो हैं वो अपनी मदद आपके तहत किस तरह अपना ये दुनिया के मुख्तलिफ 104 ममालिक में देखा जा रहा है और मंडी बहाउद्दीन में मलकवाल, मंडी बहाउद्दीन और दीगर शहरों में केबल पर भी जो है इसकी नशरियात देखी जा सकती हैं। प्रोग्राम जो है आज का, इसमें हमारे साथ जो मेहमान हैं वो है चोट धीरा ओवरसीज फाउंडेशन के बड़े मुतहरक मेंबरान हैं और इनका चोट धीरा ओवरसीज फाउंडेशन में मरकजी किरदार है। उसकी बुनियादी ये बानी मेंबरान में से हैं और इनका तावन जो है वो यकीनन सबके लिए काबिल तकलीद है। तो आज के हमारे जो मेहमान हमारे साथ शामिल हैं, सबसे पहले उनका तारुफ करवाता चलूँ। हमारे साथ हैं जनाब इसरार अहमद गोंदल साहब, जनाब इरफान उल हसन एडवोकेट साहब जो इस वक्त फ्रांस में मुकीम है, और जनाब नौजवान मेंबर जवाद सिकंदर गोंदल साहब वो भी इस वक्त फ्रांस में मौजूद हैं। प्रोग्राम का हम आगाज करते हैं जनाब इसरार अहमद गोंदल साहब से, क्योंकि वो पाकिस्तान में इस वक्त मौजूद हैं। उनके पास भी फ्रांस के डॉक्यूमेंट्स हैं, लेकिन अभी वो छुट्टियों पर पाकिस्तान गए हुए हैं और यकीनन वो वहाँ जो फलाई काम हो रहे हैं उसके बारे में बेहतर बता सकेंगे। तो सबसे पहले मैं जाऊंगा जनाब इसरार अहमद गोंदल साहब की तरफ। इसरार अहमद गोंदल साहब, आप ये बताइएगा कि आप वहाँ चोट धीरा में मौजूद हैं और वहाँ जो काम हो रहे हैं उसके बारे में आप क्या कहेंगे, ताकि नाजरीन को पता चल सके कि आप अपने गांव में किस तरह फलाई काम जो है वो करवा रहे हैं। अपना स्पीकर अनम्यूट कर लीजिए सर। बिस्मिल्लाहिर्रहमानिर्रहीम। बहुत शुक्रिया अब्दुल रऊफ गोंदल साहब, असद जाफरी साहब और सारी 72 न्यूज़ ਦਾ। ਸਾਨੂੰ ਤੁਸੀਂ ਬਾਰ-ਬਾਰ ਮੌਕਾ ਦੇ ਰਹੇ ਹੋ ਅਸੀਂ ਆਪਣੀ ਆਵਾਜ਼ ਹਰ ਉਸ ਭਾਈ, ਹਰ ਉਸ ਆਪਣੇ گاؤں ਦੇ, ਹਰ ਆਪਣੇ ਡਿਸਟ੍ਰਿਕਟ ਮੰਡੀ ਦੇ ਭਾਈ ਕੋਲ ਪਹੁੰਚਾਈਏ ਤਾਂ ਕਿ ਸਾਡੇ گاؤں ਦੇ, ਸਾਡੇ ਇਲਾਕੇ ਦੇ, ਸਾਡੇ ਜ਼ਿਲ੍ਹੇ ਮੰਡੀ ਦੇ ਬਾਕੀ ਵੀ ਭਾਈ ਜਿਹੜੇ ਵੇਟ ਕਰ ਰਹੇ ਨੇ ਜਿਨ੍ਹਾਂ گاؤں 'ਚ ਕਮੇਟੀਆਂ ਨਹੀਂ ਬਣੀਆਂ। ਇੱਕ ਤੇ ਮੈਂ ਸਭ ਤੋਂ ਪਹਿਲੇ ਸਾਰਿਆਂ ਭਾਈਆਂ ਨੂੰ ਰਿਕੁਐਸਟ ਕਰਾਂਗਾ ਕਿ ਜਿਹੜੇ گاؤں 'ਚ ਕਮੇਟੀਆਂ ਜੇ ਨਹੀਂ ਬਣੀਆਂ ਉਹ ਵੀ ਇਸ ਸਾਲ ਕਰਨ ਲਈ ਜਲਦੀ ਹੋਣ, ਔਰ ਜਿਹੜੇ ਬਣਾ ਚੁੱਕੇ ਨੇ ਅੱਲਾਹ ਉਹਨਾਂ ਨੂੰ ਹਿੰਮਤ ਦੇਵੇ ਕਿ ਉਹ ਇਸ ਤੋਂ ਵੱਧ ਚੜ ਕੇ ਅੱਗੇ ਉਸ ਨੂੰ ਕੰਮ ਨੂੰ ਵਧਾਉਣ। ਬਾਕੀ ਸਰ ਸਾਡੇ ਚੋਟ ਧੀਰਾ ਓਵਰਸੀਜ਼ ਫਾਊਂਡੇਸ਼ਨ ਦਾ ਮੈਂ ਤਫਸੀਲੀ ਟਾਈਮ ਲਵਾਂਗਾ ਦੱਸਣ ਵਾਸਤੇ ਕਿ ਅਸੀਂ 2-2.5 ਮਹੀਨੇ 'ਚ 3 ਮਹੀਨੇ 'ਚ ਮੈਕਸਿਮਮ 3 ਮਹੀਨੇ ਉਹਨੇ ਸਟਾਰਟਿੰਗ ਕੰਮ ਕੀਤਾ, 2-2.5 ਮਹੀਨੇ ਹੋ ਗਏ ਅਸੀਂ ਉਹਦੇ 'ਚ ਕੀ ਕੀਤਾ। ਸਰ ਸਾਡੇ ਕੋਲ ਬੁਨਿਆਦੀ ਮਸਲੇ ਤੇ ਕਾਫੀ ਜ਼ਿਆਦਾ ਹਨ, ਲੇਕਿਨ ਅਸੀਂ ਸਟਾਰਟਿੰਗ ਇੱਕ ਕੰਮ ਤੋਂ ਲਈਏ ਜਿਹਦੇ ਸਾਡੇ گاؤں 'ਚ ਸਭ ਤੋਂ ਪਹਿਲੇ ਸਫਾਈ ਦਾ ਪ੍ਰੋਬਲਮ ਆਈ। ਸਾਡੇ گاؤں 'ਚ ਨਹੀਂ, ਮੰਡੀ ਦੇ ਪੰਜਾਬ ਦੇ ਹਰ گاؤں 'ਚ ਪ੍ਰੋਬਲਮ ਹੈ, ਕਿਉਂਕਿ ਅਜੇ ਅਸੀਂ ਉਸ ਪੋਜੀਸ਼ਨ ਤੇ ਸਾਡਾ ਮੁਲਕ ਨਹੀਂ ਕਿ ਅਸੀਂ ਯੂਰਪ ਦੇ ਲੈਵਲ ਦੀ ਜਾਂ ਸੇਮ ਮਿਡਲ ਈਸਟ ਦੇ, ਅਮਰੀਕਾ ਦੇ ਲੈਵਲ ਦੀ ਸਫਾਈ ਸਾਡੀ ਗਵਰਨਮੈਂਟ ਕਰ ਸਕੇ ਔਰ ਸਾਡੇ ਮਹੱਲੇ ਗਲੀਆਂ, ਸਾਡੇ ਗਰਾਊਂਡ, ਸਾਡੇ ਦਰਵਾਜ਼ਿਆਂ ਤੋਂ ਬਾਹਰ ਅੰਦਰ ਤੇ ਸਫਾਈ ਹਰ ਬੰਦਾ ਇਨਫਰਾਦੀ ਤੌਰ ਤੇ ਘਰ ਦੀ ਕਰਦਾ, ਲੇਕਿਨ ਬਾਹਰ ਦੇ ਪ੍ਰੋਬਲਮ। ਅਸੀਂ ਫਿਰ ਸੋਚਿਆ ਕਿ ਕਿਉਂ ਨਹੀਂ ਅਸੀਂ ਸਫਾਈ ਤੋਂ ਸਟਾਰਟ ਲਈਏ ਔਰ ਸਫਾਈ ਦੇ ਸਮਾਨ ਹੈ ਪਹਿਲੇ ਵੀ ਪ੍ਰੋਗਰਾਮਾਂ 'ਚ ਥੋੜਾ ਬਹੁਤ ਦੱਸ ਚੁੱਕਿਆ, ਲੇਕਿਨ ਉਸ ਟਾਈਮ ਸਿਰਫ ਸਫਾਈ ਤੱਕ ਪਹੁੰਚਿਆ। ਅਸੀਂ ਅਲਹਮਦੁਲਿਲਾ ਮਾਰਚ 'ਚ ਕੰਮ ਸਟਾਰਟ ਕੀਤਾ ਹੈ। ਅਸੀਂ ਸਭ ਤੋਂ ਪਹਿਲੇ ਆਪਣੇ گاؤں 'ਚ ਸਫਾਈ ਦਾ ਕੰਮ ਸਟਾਰਟ ਕੀਤਾ ਕਿਉਂਕਿ ਇੱਕ ਨਿਸਫ ਇਮਾਨ ਵੀ ਹੈ ਔਰ ਕਿਸੇ ਵੀ ਘਰ ਦੀ, ਕਿਸੇ ਵੀ ਇਨਸਾਨ ਦੀ, ਕਿਸੇ ਵੀ ਚੀਜ਼ ਦੀ ਖੂਬਸੂਰਤੀ ਉਹਦਾ ਹੁਸਨ ਸਫਾਈ ਨਾਲ ਹੀ। ਅਸੀਂ ਆਪਣੇ گاؤں 'ਚ ਸਭ ਤੋਂ ਪਹਿਲੇ ਜਿਹੜੀਆਂ ਮੇਨ ਰੂਹੀਆਂ ਜਿੱਥੇ ਸਾਡਾ ਕਚਰਾ ਵਗੈਰਾ ਹੁੰਦਾ ਹੈ, ਸਾਡੀਆਂ ਔਰਤਾਂ ਕਿਉਂਕਿ ਬਾਹਰ ਨਹੀਂ ਮਹੱਲੇ ਤੋਂ ਜਾ ਸਕਦੀਆਂ ਜਾਂ گاؤں ਤੋਂ ਨਾ ਸਾਡੇ ਕੋਲ ਐਸੇ ਪਲਾਂਟ ਹੁੰਦੇ ਨੇ, ਉਹ ਰੂਹੀਆਂ ਸਾਡੀਆਂ ਇਕੱਠੀਆਂ ਅਸੀਂ ਓਵਰਸੀਜ਼ ਦੇ ਤਾਵਨ ਨਾਲ ਜਿਹਦੇ ਸਾਡਾ 120 ਮੈਂਬਰ ਹੋ ਚੁੱਕਿਆ ਹੈ। ਅਸੀਂ ਸਾਰਿਆਂ ਤੋਂ ਪਹਿਲੇ ਆਪਣੀ ਸਫਾਈਆਂ, ਮੇਨ ਸਫਾਈ ਜਿਹੜੀ ਉਹ ਕਰਵਾਈ, ਅਸੀਂ ਰੂਹੀਆਂ ਉਠਵਾਇਆ, ਉੱਥੋਂ ਅਸੀਂ ਬਾਹਰ ਕਿਸੇ ਜਗ੍ਹਾ ਤੋਂ ਉਹਨਾਂ ਨੂੰ ਤਲਫ ਕੀਤਾ। ਸਫਾਈ ਦੇ ਨਾਲ ਫਿਰ ਨੈਕਸਟ ਨੰਬਰ ਆਇਆ ਕਿ ਅਸੀਂ ਹਰ ਘਰ ਨੂੰ ਸਹੂਲਤ ਦੇਈਏ ਤਾਂ ਕਿ ਉਹ ਆਪਣੇ ਛੋਟੇ ਜਿਹੇ ਫਾਸਲੇ ਤੇ ਉਸ ਆਪਣੇ ਘਰ ਵਾਲੇ ਕਚਰੇ ਨੇ ਜਿਹੜਾ ਕੂੜਾ ਕਰਕਟ ਹੁੰਦਾ ਉਹਨੂੰ ਕਿਸੇ ਤਰੀਕੇ ਉਹਦੇ ਵਿੱਚ ਸੰਭਾਲ ਸਕਣ ਤਾਂ ਕਿ ਅਸੀਂ ਉਸ ਤੋਂ ਸਟਾਰਟਿੰਗ ਲੈ ਸਕੀਏ।
ਅਸੀਂ ਅੱਲਾ ਦੇ ਫਜ਼ਲ ਨਾਲ ਸਾਡੇ ਆਜ਼ਮ ਗੋਂਦਲ ਸਾਹਿਬ ਬੜੇ ਮੁਤਹਰਕ ਮੈਂਬਰ ਨੇ, ਉਹਨਾਂ ਸਾਨੂੰ ਰਕਸ਼ਾ ਡੋਨੇਟ ਕੀਤਾ ਸਫਾਈ ਵਾਸਤੇ ਕਿ ਜਿਹੜਾ ਹਰ ਰੋਜ਼ ਗਾਉਂ ਤੋਂ ਕਚਰਾ ਉਠਾਵੇ। ਰਕਸ਼ਾ ਆਜ਼ਮ ਸਾਹਿਬ ਦੇ ਦਿੱਤਾ। ਉਸ ਤੋਂ ਬਾਅਦ ਅਸੀਂ ਗਾਉਂ 'ਚ 7 ਤੋਂ 8 ਬੰਦੇ ਹਾਇਰ ਕੀਤੇ ਜਿਹੜੇ ਅਸੀਂ ਮਲਕਵਾਲ ਤੋਂ, ਬਾਕੀ ਸਾਡੇ ਲੋਕਲ ਵੀ ਕੁਝ ਭਾਈ ਡਰਾਈਵਰ, ਅਸੀਂ ਉਹਨਾਂ ਨੂੰ ਸਫਾਈ ਵਾਸਤੇ ਲਾਇਆ ਜਿਹੜੇ ਸਾਡੇ ਸਿਰਫ ਗਲੀਆਂ ਦੀ ਔਰ ਨਾਲੀਆਂ ਦੀ ਸਫਾਈ ਡੇਲੀ ਬੇਸਿਸ ਤੇ ਕਰਨ। ਉਸ ਤੋਂ ਨਾਲ ਹੀ ਅਸੀਂ ਔਨ ਸਫਾਈ ਦੇ ਸਟਾਰਟ ਤੇ ਆਗਾਜ਼ ਕਰਦੇ ਹਾਂ। ਅਸੀਂ ਪੂਰੇ ਗਾਉਂ 'ਚ ਰਾਉਂਡ ਅਬਾਊਟ 100 ਅਸੀਂ ਡਰਮ, ਜਿਨ ਤੁਸੀਂ ਯੂਰਪ 'ਚ ਡਸਟਬਿਨ ਕਹਿੰਦੇ ਹੋ ਜਾਂ ਪੁੱਬਲ ਡੱਬੇ ਸਿਆਦ ਜਾਂ ਫ੍ਰੈਂਚ ਪੁੱਬਲ ਕਹਿ ਸਕਦੇ ਹਾਂ, ਅਸੀਂ ਉਹ ਲਾਏ 100 ਫੁੱਟ ਦੇ ਫਾਸਲੇ ਤੇ 150 ਫੁੱਟ ਦੇ ਫਾਸਲੇ ਜਿੱਥੇ ਜਿੱਥੇ ਸਾਨੂੰ ਗਲੀਆਂ ਸਪੇਸ ਮਿਲੀ। ਇੱਕ ਮੇਨ ਚੀਜ਼ ਕਿ ਗਾਉਂ ਦੀਆਂ ਗਲੀਆਂ ਕਾਫੀ ਜ਼ਿਆਦਾ ਛੋਟੀਆਂ ਹੁੰਦੀਆਂ, ਜਿਹੜੇ ਸਾਡੇ ਚੱਕ ਨੂੰ ਉਹਨਾਂ ਦੀ ਵੱਡੀਆਂ ਹੁੰਦੀਆਂ, ਜਿਹੜੇ ਸਾਡੇ ਗਾਉਂ ਨੂੰ ਉਹਨਾਂ ਦੀ ਗਲੀਆਂ ਛੋਟੀਆਂ ਹੁੰਦੀਆਂ। ਅਸੀਂ ਜਿੱਥੇ ਜਿੱਥੇ ਗੁੰਜਾਇਸ਼ ਮਿਲੀ ਅਸੀਂ ਉੱਥੇ ਡਸਟਬਿਨਾਂ ਲਾਈਆਂ ਤਾਂ ਕਿ ਸਾਡੀਆਂ ਮਾਵਾਂ ਭੈਣਾਂ ਉਹਨਾਂ ਡਸਟਬਿਨਾਂ ਤੱਕ ਪਹੁੰਚਾਉਣ। ਔਰ ਫਿਰ ਅਸੀਂ ਨਾਲ ਰਕਸ਼ੇ ਤੇ ਡਰਾਈਵਰ ਸ਼ੁਰੂ ਕੀਤਾ ਕਿ ਜਿਹੜਾ ਸਾਡਾ ਸੁਬਾਹ ਰਕਸ਼ੇ ਦੇ ਜ਼ਰੀਏ ਡਸਟਬਿਨਾਂ ਖਾਲੀ ਕਰਦਾ ਹੈ ਔਰ ਕੂੜਾ ਕਰਕਟ ਬਾਹਰ ਪਹੁੰਚਾਉਂਦਾ ਹੈ। ਉਸ ਤੋਂ ਬਾਅਦ ਸਾਡੇ ਬਾਕੀ ਵਰਕਰ ਜਿਹੜੇ ਨੂੰ ਸਫਾਈ ਕਰਦੇ ਨੇ। ਅਲਹਮਦੁਲਿਲਾ ਸਾਡਾ ਬਹੁਤ ਅੱਛਾ ਨਿਜ਼ਾਮ ਚੱਲ ਰਿਹਾ। ਉਸ ਤੋਂ ਬਾਅਦ ਸੈਕੰਡ ਜਿਹੜਾ ਅਸੀਂ ਆਪਸ਼ਨ ਲਿਆ ਤੁਸੀਂ ਪਹਿਲੇ ਹੀ ਅਸੀਂ ਵਾਟਰ ਪਲਾਂਟ, ਸਾਡੇ ਕੋਲ ਪਾਣੀ ਦਾ ਪ੍ਰੋਬਲਮ ਹੈ ਚੋੜ ਜ਼ਿਲ੍ਹਾ 'ਚ, ਅਸੀਂ ਉਸ ਸਫਾਈ ਦੇ ਨਾਲ ਹੀ ਸਾਡੇ 8-10 ਭਾਈਆਂ ਫਰਾਖ ਦਿਲੀ ਦਾ ਮੁਜ਼ਾਹਰਾ ਕੀਤਾ ਔਰ ਉਹਨਾਂ ਵਾਟਰ ਦਾ ਮਸਲਾ ਸਾਡਾ ਹੱਲ ਕੀਤਾ, ਜਿਹਦੇ 'ਚ ਅਲਹਮਦੁਲਿਲਾ ਅਸੀਂ 4 ਬੜੇ ਵਾਟਰ ਪਲਾਂਟ ਜਿਹਦੇ 'ਚ 500 ਲੀਟਰ ਪਰ ਆਵਰ, ਜਿਹੜੇ ਘੰਟੇ ਵਿੱਚ 500 ਲੀਟਰ ਪਾਣੀ ਸਨ ਦਿੰਦੇ ਨੇ। ਅਸੀਂ 4 ਵਾਟਰ ਪਲਾਂਟ ਉਹ ਲਾਏ ਔਰ 4 ਵਾਟਰ ਪਲਾਂਟ ਜਿਹੜੇ 100 ਲੀਟਰ ਪਰ ਆਵਰ, ਜਿਹੜੇ ਅਸੀਂ ਆਪਣੇ 3 ਸਕੂਲਾਂ 'ਚ ਔਰ ਇੱਕ ਮਦਰਸੇ ਜਿਹਦੇ ਸਾਡੇ ਬੱਚੇ, ਸਾਡੀਆਂ ਬੇਟੀਆਂ, ਸਾਡੀਆਂ ਭੈਣਾਂ, ਕਿਉਂਕਿ ਉਹ ਸਾਡੀ ਵੇਖੋ ਨਾ ਬੇਸ ਹੈ, ਅਸੀਂ ਉਹਨਾਂ ਵਾਸਤੇ ਅਸੀਂ 4 ਅਲੱਗਾ ਲਵਾ ਦਿੱਤੇ ਤਾਂ ਕਿ ਉਹ ਪਬਲਿਕ ਪਲੇਸ ਤੇ ਨਾ ਹੋਣ। ਔਰ ਅਲਹਮਦੁਲਿਲਾ ਇਸ ਟਾਈਮ ਸਾਡੇ ਗਾਉਂ 'ਚ 7 ਤੋਂ 8 ਵਾਟਰ ਪਲਾਂਟ ਚੱਲ ਰਹੇ ਹਨ ਹਰ ਵਕਤ, ਜਿਨ੍ਹਾਂ ਵਾਸਤੇ ਸਾਡੇ ਕੋਲ ਇੱਕ ਭਾਈ ਜਿਹੜੇ ਐਜ਼ ਅ ਫੋਰਮੈਨ ਜਿਹੜੇ 24 ਆਵਰ ਉਹਨਾਂ ਤੇ ਡਿਊਟੀ ਦੇ ਰਹੇ ਹਨ, ਜਿਹੜੇ ਵਾਟਰ ਉਹਨਾਂ ਦੇ ਫਿਲਟਰ ਚੇਂਜ ਕਰ ਰਹੇ ਹਨ, ਕਿਉਂਕਿ ਵਾਟਰ ਪਲਾਂਟ ਸਿਰਫ ਲਾਣਾ ਕੰਮ ਨਹੀਂ, ਉਸ ਤੋਂ ਬਾਅਦ ਡੇਲੀ ਬੇਸਿਸ ਤੇ ਔਰ ਮੰਥਲੀ ਬੇਸਿਸ ਤੇ ਉਹਦੀ ਸਫਾਈ, ਉਹਦੇ ਚ ਚੀਜ਼ਾਂ। ਕਿਉਂਕਿ ਮੈਂ ਇਸ ਤੋਂ ਦੱਸ ਰਿਹਾ ਕਿ ਜਿਹੜੇ ਭਾਈਆਂ ਸਟਾਰਟਿੰਗ ਕਰਨੀ ਹੈ ਜਾਂ ਜਿਹੜਾ ਕਰ ਚੁੱਕੇ ਨੇ ਉਹਨਾਂ ਨੂੰ ਵੀ ਮਾਲੂਮਾਤ ਦੇਣਾ ਜ਼ਰੂਰੀ ਹੈ ਕਿ ਵਾਟਰ ਪਲਾਂਟ ਤੋਂ ਬਾਅਦ ਉਹਦੀ ਡੇਲੀ ਬੇਸਿਸ ਤੇ ਨਿਗਰਾਨੀ ਜ਼ਰੂਰੀ ਹੈ। ਅਲਹਮਦੁਲਿਲਾ ਸਾਡੇ 8 ਸਟਾਰਟ ਨੇ ਔਰ ਗਾਉਂ ਵਾਸਤੇ ਤਕਰੀਬਨ ਪੂਰੇ ਹੋ ਚੁੱਕੇ ਨੇ, ਲੇਕਿਨ ਫਿਰ ਵੀ ਇਨਸ਼ਾਅੱਲਾ ਨੈਕਸਟ 2-3 ਮਹੀਨੇ ਚ ਸਾਡਾ ਇਰਾਦਾ ਹੈ ਕਿ ਕਮ ਅਜ਼ ਕਮ 3 ਤੋਂ 4 ਵਾਟਰ ਪਲਾਂਟ। ਜਿਹੜਾ ਇੱਕ ਵਾਟਰ ਪਲਾਂਟ ਵੱਡਾ ਉਹਦੇ ਤੇ ਖਰਚਾ ਰੂਮ ਦੇ ਸਮੇਤ ਤਕਰੀਬਨ 6 ਲੱਖ ਰੁਪਏ। ਅੱਛਾ, ਸਾਡੇ ਅਲਹਮਦੁਲਿਲਾ ਪਾਣੀ ਦਾ ਮਸਲਾ ਹੱਲ ਹੋ ਚੁੱਕਿਆ ਹੈ ਔਰ ਅਸੀਂ ਇਨਸ਼ਾਅੱਲਾ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਹੋਰ ਨਜ਼ਦੀਕ ਲਾਵੀਏ, ਇੱਕ ਸਾਡੇ ਭੈਣਾਂ ਭਰਾ, ਸਾਡੇ ਬੇਟੇ, ਸਾਡੇ ਬਜ਼ੁਰਗ ਪਾਣੀ ਉੱਥੋਂ ਹਾਸਲ ਕਰ ਸਕਣ। ਅੱਛਾ, ਉਸ ਤੋਂ ਬਾਅਦ ਸਾਡੇ ਗਾਉਂ 'ਚ ਐਂਟਰੀ ਦਾ ਥੋੜਾ ਜਿਹਾ ਰਸਤਾ ਖਰਾਬ ਆਈ। ਅਲਹਮਦੁਲਿਲਾ ਰਸਤਾ ਠੀਕ ਆਈ, ਲੇਕਿਨ ਬਸ ਸਾਡੀ ਥੋੜੀ ਜਿਹੀ ਗਫਲਤ ਨਾਲ ਤਮੀਰ ਦੇ ਵਜ੍ਹਾ ਤੋਂ ਨਾਲ ਸੜਕ ਤੇ ਸਾਡਾ ਮੇਨ ਐਂਟਰੀ ਦਾ ਥੋੜਾ ਪ੍ਰੋਬਲਮ ਆ ਰਹੀ। ਸਿਆਸੀ ਤੇ ਤੁਹਾਨੂੰ ਪਤਾ ਹੈ ਕਿ ਸਿਆਸੀ ਕਰ ਸਕਦੇ ਹੁੰਦੇ ਅਸੀਂ ਫਾਊਂਡੇਸ਼ਨ ਨਾ ਬਣਾਉਂਦੇ ਹੋ, ਅਸੀਂ ਇਕੱਠੇ ਬਾਈ ਨਾ ਹੁੰਦੇ ਹੋ। ਅਸੀਂ ਉਹ ਇੱਕ ਪ੍ਰੋਜੈਕਟ ਸਾਡੇ ਵਾਸਤੇ ਵੱਡਾ, ਜਦੋਂ ਅਸੀਂ ਸੁਣਿਆ ਜਾਂ ਬਾਕੀ ਸਾਡੇ ਬਜ਼ੁਰਗਾਂ ਸੁਣਿਆ, ਉਹਨਾਂ ਆਖਿਆ ਐਡਾ ਵੱਡਾ ਕੰਮ ਹੈ ਤੇ ਸਿਆਸੀਆਂ ਵਾਲਾ ਕੰਮ ਹੈ। ਲੇਕਿਨ ਮੈਂ ਦਾਦ ਦੇਣਾ ਆਪਣੇ ਉਹਨਾਂ ਭਾਈਆਂ, ਆਪਣੇ ਉਹਨਾਂ ਦੋਸਤਾਂ ਕਿ ਜਿੰਨਾ ਆਖਿਆ ਕਿ ਕੋਈ ਗੱਲ ਨਹੀਂ, ਅਸੀਂ ਇਕੱਠੇ ਯਸ ਹੋਇਆ ਕਿ ਅਸੀਂ ਇਹ ਕੰਮ ਕਰਾਂਗੇ। ਔਰ ਭਾਈ ਰਊਫ ਗੋਂਦਲ ਸਾਹਿਬ ਅਸੀਂ ਤਕਰੀਬਨ ਮਿਨੀਮਮ 10 ਲੱਖ ਦੀ ਕਾਸਟ ਨਾਲ ਉਹ ਪ੍ਰੋਜੈਕਟ ਅਸੀਂ 15 ਦਿਨਾਂ ਦੇ ਅੰਦਰ ਅੰਦਰ ਮੁਕੰਮਲ ਕੀਤਾ ਹੈ, ਜਿਹੜੀ ਅਸੀਂ 500 ਮੀਟਰ ਲੰਬਾਈ ਔਰ 20 ਫੁੱਟ ਦੀ ਚੌੜਾਈ ਦੇ ਉਹ 10,000 ਸਕੁਅਰ ਫੁੱਟ ਟਾਇਲ ਬਣੀ ਹੈ, ਜਿਹੜੀ ਅਸੀਂ ਮੁੱਗੋਵਾਲ ਤੋਂ, ਮੈਂ ਇਸ ਦੱਸ ਰਿਹਾ ਕਿ ਸਾਡੇ ਮੰਡੀ 'ਚ ਉਸ ਲੈਵਲ ਦੀ ਟਾਇਲ ਨਹੀਂ, ਅਸੀਂ ਉਹ ਮੁੱਗੋਵਾਲ ਤੋਂ ਜਾ ਕੇ ਬਣਵਾਈ, ਫਿਰ ਆਈ ਔਰ ਅਲਹਮਦੁਲਿਲਾ ਸਾਡਾ ਉਹ ਰਸਤਾ ਕਲੀਅਰ ਹੋ ਚੁੱਕਿਆ। ਅੱਛਾ, ਉਸ ਤੋਂ ਬਾਅਦ ਸਾਡੇ ਸਕੂਲ ਵਿੱਚ ਜਿਹੜਾ ਪ੍ਰਾਇਮਰੀ ਸਕੂਲ ਹੈ ਉਹਦੇ 'ਚ ਰੂਮ ਦੇ ਪ੍ਰੋਬਲਮ ਆ, ਸਾਡੇ ਭਾਈਆਂ ਉਹਦੇ 'ਚ ਵੀ ਵੱਧ ਕੇ ਹਿੱਸਾ ਲਿਆ ਔਰ ਅਸੀਂ ਮਿਨੀਮਮ 15 ਤੋਂ 20 ਲੱਖ ਰੁਪਈਆ ਉਹਦੇ ਤੇ ਲਾ ਚੁੱਕੇ ਹਾਂ। ਜਿਹੜੇ ਰੂਮ ਸਾਡੇ ਤਿਆਰ ਹੋ ਚੁੱਕੇ ਨੇ, ਫਿਨਿਸ਼ਿੰਗ 'ਚ ਲਾਸਟ 3 ਮਹੀਨੇ 2 ਸਾਡੇ ਰੂਮ ਓਕੇ ਹੋ ਜਾਣਗੇ, ਜਿਹਦੇ ਸਾਡੇ ਬੇਟੇ, ਸਾਡੇ ਭਾਈ, ਸਾਡੇ ਉਸਤਾਦਾ ਕਰਾਮ ਉਹਨਾਂ ਨੂੰ ਅੱਛੀ ਤਾਲੀਮ ਦੇ ਸਕਣ। ਇਹ ਤੇ 3 ਮੇਨ ਪ੍ਰੋਜੈਕਟ ਬਲਕਿ 4 ਬਣ ਗਏ ਹਨ, ਇੱਕ ਸਫਾਈ ਦਾ, ਇੱਕ ਟਫ ਟਾਇਲ ਦਾ ਔਰ ਵਾਟਰ ਪਲਾਂਟ ਦਾ ਔਰ ਸਕੂਲ ਦੇ ਜਿਹੜੇ ਰੂਮ ਦਾ ਹੈ। ਅੱਛਾ, ਉਸ ਤੋਂ ਬਾਅਦ ਹੁਣ ਸਾਡੇ ਕੋਲ ਜੋ ਜਿਸ ਤਰ੍ਹਾਂ ਤੇ ਗਾਉਂ 'ਚ ਪਾਣੀ ਦਾ ਮਸਲਾ ਹੁੰਦਾ ਹੈ, ਕਿਉਂਕਿ ਸਾਰਾ ਪਾਣੀ ਜਦ ਇਕੱਠਾ ਹੁੰਦਾ ਹੈ, ਸੀਵਰੇਜ ਦਾ ਨਿਜ਼ਾਮ ਨਹੀਂ ਹੁੰਦਾ ਕਿ ਸਾਡਾ ਉਹ ਪਾਣੀ ਪ੍ਰੋਪਰ ਕਿਸੇ ਜਗ੍ਹਾ ਪਹੁੰਚ ਸਕੇ। ਅਸੀਂ ਹੁਣ ਜਿਹੜਾ ਪ੍ਰੋਜੈਕਟ ਕਰ ਰਹੇ ਹਾਂ, ਜਿਹੜਾ ਸਾਡਾ ਸਵੇਰ ਸਟਾਰਟ ਹੋ ਰਿਹਾ ਕਿ ਅਸੀਂ ਉਸ ਛੱਪੜ ਨੂੰ, ਜੋੜ ਨੂੰ ਪਾਣੀ ਤੋਂ ਖਾਲੀ ਕਰਵਾ ਰਹੇ ਹਾਂ, ਅਸੀਂ ਪਾਣੀ ਦੂਰ ਭੇਜ ਰਹੇ ਹਾਂ, ਜਿਹਦੇ ਵਾਸਤੇ ਅਸੀਂ ਪਿਛਲੇ 8-10 ਦਿਨ ਤੋਂ ਕਮੇਟੀਆਂ ਬਣਾਇਆ। ਗਾਉਂ ਛੋਟੇ ਛੋਟੇ ਪ੍ਰੋਬਲਮ ਹੁੰਦੇ ਨੇ, ਸਾਡੇ ਬਜ਼ੁਰਗਾਂ ਸਾਡੀ ਮਦਦ ਕੀਤੀ। ਅਸੀਂ ਉਹ ਜਿਹੜੇ ਐਰਰ ਆਨ ਉਹਦੇ 'ਚ ਅਸੀਂ ਅਲਹਮਦੁਲਿਲਾ ਉਹ ਸਾਰੇ ਠੀਕ ਕੀਤੇ
اور اسی انشاءاللہ کل تو سٹارٹ کریں ساڈا او جوڑ ختم ہو جاوے جہدے دے نال ہم سایاں ساڈے غریب طبقہ ہے انہاں بہت پرابلم آئی سی اپنی ذات جڑے سی ممبر آ سی سارے اس گھراں تو دور آ ساں میں اس دس رہا کہ میرے بھائیاں دا شاید خیال ہوے کہ اپنی ذات دا کام فائدہ کار نہیں میں یقینا کہہ سکتا کہ 70 to 80% ممبر میرے اے اسی ڈیرا جات تو یا شہر جانے ہیں لیکن اسی اس تو کر رہے ہیں کہ ساڈے اللہ دی ذات سان اس دا اجر دے اور ساڈے غریب بھائی روف بندر صاحب اپنی ذات واسطے ہر ایک گھندا ہے لیکن مزہ تے تاں ہوندا ہے کہ تساں کسے دی ذات واسطے جیو اس دے نال ہی سر میں ہن لسٹ تہاڈ گوا لگا بہت لمبی بن جانی ہے لیکن میں امید کردا کہ اگلے 2 مہینے دے پروگرام وچ جتنی میں ہن تہاڈ دس چکا ہوں تے میں تہاڈ ڈبل انشاءاللہ اپنی دساں گا ایسٹیمیٹلی خرچہ تو پہلے تقریباً 2.5 کروڑ دے نزدیک ہو چکا ہے کیونکہ ساڈا ایک پروجیکٹ جہاں صرف قبرستان دا میں پہلی نہ دس کے سوری ساڈا ایک قبرستان دا پروجیکٹ جہدے وچ اسی بڑی خوبصورت اور نیو ماڈرن ایڈوانس سٹائل دی اسی جنازہ گاہ بنوا رہے ہیں جہدے وچ ایک پارکنگ دا نظام ہوئے گا اور ایک بہت سٹینڈرڈ دے اودے واش روم وغیرہ تے ساڈے میں انہاں دا ذکر مطلب بڑے فخر نہ کردا کہ پرویز گوندل صاحب جنہ 1 کروڑ تو اتے پیسے دا ڈونیٹ کیتا ہے اور انہوں نے کہا کہ بنواوے چوٹ دینا اوورسیز فاؤنڈیشن ڈونیٹ میرا ہوئے گا وہ بنوا چوٹ دینا دی اوورسیز فاؤنڈیشن دی زیر نگرانی رہا لیکن خرچہ سارا وہ دیتے وہ 1 کروڑ تے 1 کروڑ 20 لاکھ لگے 1 کروڑ 50 لاکھ لگے وہ سن پرویز صاحب کر رہے ہیں اس تو بعد بہت لمبے پروجیکٹ نے میں انشاءاللہ نیکسٹ ساڈی جڑا پلاننگ ہے جہدے ساڈی ڈسپینسری مین چیز ہے اسی ایک گاؤں ڈسپینسری بنوانا چاہتے ہیں ڈسپینسری نال اسی گاؤں لائٹنگ کا سسٹم لانا چاہتے ہیں سائن بورڈ دا اور اسی اس تو بعد جڑا ایک ساڈا مطلب ہر بھائی اودے تے عمل کرنا چاہندا ہے اور ساڈا مین پروجیکٹ کہ اسی سکول چ ایک سٹینڈرڈ قسم دا اور اسی نیشنل لیول دا جہدے اسلام آباد لاہور لیول دا ایک سکول لیانا چاہندے ہیں کہ جہدے ساڈے چھوٹے بچے اس طرح دی تعلیم حاصل کرن کہ جس سٹیج تے اسی اج 30 سال بعد پہنچے ہیں سانو 10 سال بعد جواب دے سکن اور انہاں کول اتنی تعلیم ہوئے کہ روف گوندل صاحب محنت باہر فان نو بولن بھی نہ دین کہ ساڈے کول علم زیادہ ہے باقی انشاءاللہ وقت ضرور آئے گا اقرار بھائی آپ نے بڑی تفصیل سے اپنے پروجیکٹس کے بارے میں بتایا ہے اور بہت کم عرصے میں ماشاءاللہ آپ نے جو کام بتائے ہیں یہ یقیناً بہت بڑی کامیابی ہے چوٹ دیرا اوورسیز فاؤنڈیشن کی اور تمام ممبران جو ہیں یقیناً وہ خراج تحسین کے حقدار ہیں جنہوں نے دن رات محنت کر کے پروجیکٹس کو مکمل کیا اور اس میں مالی معاونت جو ہے وہ بڑھ چڑھ کر کی ناظرین آپ آگے بڑھتے ہیں جناب جواد سکندر صاحب کی طرف جواد سکندر صاحب آپ کو آواز آ رہی ہے سر جواد سکندر صاحب آپ یہ بتائیے گا کہ آپ نے اسرار صاحب کی باتیں سنی آپ نے تمام پروجیکٹس کے بارے میں بھی سنا کہ کس طرح انہوں نے چوٹ دیرا میں جتنے بھی اس چوٹ دیرا اوورسیز فاؤنڈیشن کے پلیٹ فارم سے کام مکمل ہوئے ان کے بارے میں بھی سنا آپ یہ بتائیے گا کہ آپ اس کے بارے میں کہاں تک مطمئن ہیں اور آپ کے جو دیگر ممبران ہیں اس چوٹ دیرا اوورسیز فاؤنڈیشن کے ان کے اس بارے میں کیا خیالات ہیں بسم اللہ الرحمن الرحیم بہت شکریہ راؤ صاحب مجھے یہ موقع دینے کا اپنے خیالات کا اظہار کرنے کا جی بھائی اسرار نے ویسے سب تفصیل سے سب پروجیکٹ کے بارے میں ہمیں بتا چکے ہیں اور جو کچھ کمپلیٹ ہو چکے ہیں اور کچھ جو ہیں جن کے اوپر ہم نے انگیج ہو چکے ہیں اور انشاءاللہ اگلے عرصے میں وہ بھی کمپلیٹ ہو جائیں گے ہمیں جو ہے ہمارا گروپ ہے واٹس ایپ کے ذریعے سے ہم آپس میں کمیونیکیٹ کرتے ہیں جو فی الحال ایک ڈیسیجن لینا پڑتا ہے جو ایک فیصلہ کرنا ہوتا ہے وہ جو ہم نے فی الحال ہمارا سسٹم اس طرح ہم نے چلایا ہوا کہ جو ہمارے جو اوورسیز بھائی ہیں وہاں پاکستان جاتے ہیں وہ ہمارے وہاں پر رہنما ہوتے ہیں اور وہاں لوکل بھی ہیں لیکن زیادہ جو ہمارے لیے جو جی وہ ہمیں رپورٹ کرتے ہیں کہ ہمیں یہ فیصلہ کرنا ہے اور اس کے اوپر آپ کا کیا سب لوگوں کے خیالات ہیں ہم سب ان کو پھر اپنی رائے دیتے ہیں اور اس کے اوپر ہم ڈیسیجن فوری طور پر لیتے ہیں یعنی کہ 1 ہفتہ پینڈنگ ہو جائے اور اس ذریعے سے ہماری جو ہے نا جو بھی فی الحال ڈیسیجن لے گئی ہیں یعنی کہ ایک دن میں ایک سوال کیا جاتا ہے اس کی اینڈ آف دا ڈے جو ہوتا ہے وہ ہماری جو ڈیسیجن اس کے اوپر ہو جاتی ہے اور دوسرے دن ایکسپینسز اس کے اوپر لگائی جاتی ہیں اور دوسرے جو اس ذریعے سے ہمارے جو لوگ گروپ میں بھی شامل ہیں وہ بھی سب اویئر ہوتے ہیں جو پروگریس ہو رہی ہے جاری ہے
ہر جو ممبر وہ اپنی رائے دیتا ہے اور اس کے ذریعے سے ہم جو ہے نا آگے چلنے کی قابلیت رکھتے ہیں. اور فی الحال جو دوسرے ہمارے سب ممبر ہیں جن کو کچھ اپنی ایک رائے دینی ہو یا ایک پوائنٹ پر ان کو ایک چیز کا کہا گیا ہو کہ یہ کام نہیں اس اچھے طریقے سے ہو رہا، پھر وہ بھی اس گروپ میں اظہار کرتے ہیں. اور اس کے یہ ہمارے الحمدللہ اتفاق ہے کہ سب جو لوگ ہیں ایک مل کر چلنے کی رکھتے ہیں اور ہم آگے اس ذریعے سے اچھے طریقے سے فی الحال چل رہے ہیں. آپ نے ناظرین آپ نے سنا جواز اسکندر صاحب یہ بتا رہے تھے کہ کس طرح وہ شفاف طریقے سے اور باہمی مشاورت سے اپنے گاؤں کے جتنے بھی ممبرز ہیں ان کے ساتھ مل کر، اپنے گاؤں کے بزرگوں کے ساتھ مل کر ان کی رہنمائی میں یہ سارے کام کر رہے ہیں اور اس کو لیڈ کرتے ہیں. تقریباً سارے اوورسیز جو بھی پاکستان جاتا ہے وہ اپنے ویلفیئر کے حوالے سے جتنے بھی کام ان کو لیڈ کرتا ہے اور ہر لمحہ جو ہے وہ اپنے ممبرز کو اپنے گروپ کے ذریعے آگاہ رکھتا ہے تاکہ کوئی ممبر بھی جو ہے وہ فیصلہ سازی میں پیچھے نہ رہ جائے. عرفان الحسن ایڈوکیٹ صاحب آپ کی طرف آؤں گا. آپ پڑھے لکھے ہیں اور چوٹ ضلع کا مسئلہ یہ ہے کہ وہاں تعلیمی معیار جو ہے وہ بہت کم ہے، لوگ بہت کم جو ہے وہ تعلیم کی طرف جاتے ہیں. تو سر آپ یہ بتائیے گا کہ آپ آنے والے وقت میں چوٹ ضلع اوورسیز فاؤنڈیشن کے پلیٹ فارم سے کون سے کام کرنا چاہتے ہیں اور آپ کی کیا ترجیحات ہیں؟ السلام علیکم. عبد الرؤف صاحب اور 72 نیوز کی ساری ٹیم کا شکریہ گزار ہوں کہ جنہوں نے ہمیں ایک دفعہ پھر اپنی آواز تمام دوستوں تک پہنچانے کا موقع دیا. تو جس طرح بھائی اسرار اور بھائی جواز اسکندر بتا رہے تھے کہ ہم کیا کام کر رہے ہیں، کس طرح اپنے ممبران کو موقع دے رہے ہیں، تمام ممبران کو رائے کا حق دیتے ہیں اور کوشش ہوتی ہے کہ جتنے معاملات ہیں وہ اتنے شفاف طریقے سے لے کر چلیں تاکہ لوگ کسی قسم کے نہ تفضات ہوں کسی کو اور معاملات خوش اسلوبی سے آگے چلتے رہیں. تو آپ نے ہمارا بیک گراؤنڈ بھی جان لیا، فی الحال جو چیزیں چل رہی ہیں وہ بھی آپ تک پہنچ گئی ہیں. آئندہ کا جو مین لایا عمل ہے، ممبران جتنے ہمارے گاؤں کے ہونے چاہیے تھے اتنے ممبران ابھی تک نہیں بن سکے، جس کے لیے ہم نے کافی کوشش بھی کی ہے. اس میں ایک سب سے جو مین ایشو آ رہا ہے وہ یہ ہے کہ ہماری اکثریتی آبادی گاؤں سے باہر ڈیرہ جات پر رہائش پذیر ہے. اس کے لیے اب کچھ اس طرح کا لایا عمل ہم ترتیب دے رہے ہیں کہ جو کام ہو رہے ہیں اس فاؤنڈیشن کے ذریعے ان کو کی توالت جو ہے وہ ڈیرہ جات تک ان کو توسیع کیا جائے تاکہ جو لوگ ڈیرہ جات پر رہ رہے ہیں ان کو بھی اس چیز کی خوشی ہو، ان کو کچھ نہ کچھ سہولت ملے تاکہ وہ اس کارواں کا حصہ بن سکیں. کیونکہ ہر جگہ پر کچھ ایسے لوگ ہوتے ہیں جو بالکل خدا کے لیے، اس کی مخلوق کے لیے اپنی چیزیں وقف کرتے ہیں، اپنا ٹائم دیتے ہیں، اپنا پیسہ لگاتے ہیں. لیکن اسی طرح ایک بڑا حصہ اس طرح کا بھی ہے جو اس چیز کا جن کو تفصیلات ہوتے ہیں کہ جی اگر ہم یہ کریں گے تو ہمیں کیا ملے گا. اب ہم نے اس سائڈ پہ جانا ہے، جو ہمارا ان کی آبادی کا وہ حصہ جو کہہ رہا ہے کہ ہمیں کیا ملے گا، ان لوگوں کی طرف جانا ہے. اور کچھ ایسی چیزیں لازمی انشاءاللہ ہم لانچ کریں گے کہ ہر بندے کو کسی نہ کسی طریقہ کا مطلب ہے فائدہ ہو، جس کے لیے ہم ابھی پلاننگ کر رہے ہیں. ابھی فورم پہ پراپر تو نہیں چیزیں لے کر آئے کہ جو ڈیرہ جات کو رستے جاتے ہیں ان کی رینوویشن کا کوئی سلسلہ کیا جائے، ان کے چائے مٹی کے ساتھ ہی لیبر لگا کے جس طرح بھی ان کی مرمت کی جائے تاکہ لوگوں کو کچھ نہ کچھ سہولت جو ہے وہ میسر ہو. اس کے علاوہ تعلیم کے حوالے سے پہلے کافی ڈسکشن ہو رہی تھی. ہمارے گاؤں میں اسکول ہیں، پرائیویٹ پہلے 3 اسکول ہیں، گورنمنٹ کے اسکول بھی الحمدللہ. ویسے ہمارے ایک گاؤں کے رقبے میں 4 اسکول ہیں، بلکہ اگر 5 اسکول ہیں ہمارے گاؤں کے رقبے میں، تو کافی لوگ ایجوکیٹ ہو بھی رہے ہیں. معیار تعلیم بلند کرنے کی اصل ضرورت ہے کہ معیار جو چل رہا ہے وہ اس سطح کا نہیں ہے کہ ہمارے بچے اگلے صفوں میں جا کر کمپیٹ کر سکیں. کیونکہ جب بھی پروونشل سطح پہ یا نیشنل سطح پہ مقابلے ہوتے ہیں
مقابلے کا امتحان دینا ہوتا ہے، جوڈیشری کا امتحان دینا ہوتا ہے جس سائڈ پہ بھی، تو ہمارے بچے نے جو چوٹ دیرا میں رہ رہا ہے اس نے مقابلہ اسی بچے کے ساتھ کرنا ہے جو لاہور میں پڑھ رہا ہے، جو اسلام آباد میں پڑھ رہا ہے، جو کسی بھی اعلیٰ ادارے میں پڑھ رہا ہے. تو اس کے لیے ہمیں کوئی ایسا رائے عمل بنانا پڑے گا، چاہے وہ یہی فاؤنڈیشن اس طرح کی اپرچونٹی مہیا کرے کہ سلیکٹیو بچے جو ہیں پہلے کم از کم ان کو ایک موقع مل جائے، اس کے بعد اس طرح مطلب ہے والدین بھی اس سائڈ پہ متوجہ ہوں، تاکہ جب کچھ بچے جن کو پلیٹ فارم یہ فاؤنڈیشن مہیا کرے گی، جب ان کی پروگرس بہترین ہوگی، ایک ڈفرنس وہ کریٹ کریں گے باقی بچوں سے. تو کیونکہ ہمارے گاؤں میں اس چیز کا مسئلہ نہیں ہے کہ ہمارے والدین کیا افورڈ کر سکتے ہیں اور کیا نہیں کر سکتے. الحمدللہ اکثریتی والدین اچھی چیزیں خرچے کے لحاظ سے افورڈ کر سکتے ہیں، لیکن اپرچونٹی ہی نہیں ہے. اب جس طرح ہمارے بچے ملک وال ہماری تحصیل ہے وہاں پڑھنے جاتے ہیں، ایک تو ملک وال کے اسکول بھی اس سٹینڈرڈ کے نہیں ہیں، گاؤں سے بہتر ہیں لیکن اس سٹینڈرڈ کے نہیں ہیں کہ ایک لاہور یا اسلام آباد پڑھنے والے بچے کے ساتھ کمپیٹ کر سکیں. لیکن اس کے لیے مسئلہ یہ ہے کہ گاؤں کے بچے اگر ملک وال پڑھنے جاتے ہیں تو ان کا کم از کم ڈیلی کے 3 گھنٹے کم از کم ان کے ضائع ہوتے ہیں، کیونکہ جو سواری ان کو لے کر جاتی ہے وہ مختلف ڈیرہ جات سے ہوتی ہوئی 1.5 گھنٹہ کم از کم لیتی ہے ان کو اسکول پہنچانے میں، 1.5 گھنٹہ پھر واپس. چھوٹی چھوٹی جانیں ہوتی ہیں، بڑے بڑے رستے ہوتے ہیں بچوں کے ساتھ، اور اس سارے سفر میں وہ اتنے تھک جاتے ہیں کہ بجائے وہ آ کر اپنی بکس کو پڑھیں، ہوم ورک کریں، وہ آتے ہی پہلے اپنی تھکاوٹ دور کرنے کے چکر میں پڑ جاتے ہیں. عرفان بھائی، آپ نے اس حوالے سے تعلیمی حوالے سے کیا آپ نے فاؤنڈیشن کے پلیٹ فارم سے کوئی حکمت عملی طے کی ہے، یا اس بارے میں آپ نے کوئی آپس میں بات چیت کی ہے جس سے اس کا حل تلاش کیا جائے، یا یہ جو بچے جو والدین ہیں ان کو تعلیم کی طرف راغب کیا جائے، ان میں جو شعور ہے وہ بیدار کیا جائے؟ اس حوالے سے آپ کی کوئی اس پلیٹ فارم سے بات چیت ہوئی ہے؟ جی، اس حوالے سے ابھی اساتذہ سے پہلے، چونکہ مین جو ہماری نمائندگی ایجوکیشن کے حوالے سے وہ ہمارے اساتذہ ہی کر رہے ہیں، تو اساتذہ سے اس حوالے سے بات چیت جاری ہے کہ کوئی اس طرح کا لایا عمل بنایا جائے تاکہ کم از کم اس گاؤں سے سال کے لیے ایک سال کے لیے کم از کم 20 یا 30 بچوں کو، یا بے شک اس کو اگر ہم اچھی اپرچونٹی دے سکیں تو بے شک منتھلی بیسس پہ یا والدین سے رابطہ کر کے وہ مطلب ہے والدین خود جو افورڈ کریں خرچہ، اس حوالے سے کچھ اس طرح کا پراپر لایا عمل بنایا جائے تاکہ یا تو ایک انسٹیٹیوشن مہیا کیا جائے چوٹ دیرا پہ کی سطح پہ. اگر چوٹ دیرا کی سطح پہ ہم اچھا کوئی انسٹیٹیوشن مہیا نہیں کر سکتے تو اس کے لیے پھر ہم ٹرانسپورٹ کا کوئی اس طرح کا سسٹم بنائیں تاکہ بچوں کا ٹائم اس حوالے سے ضائع نہ ہو اور نہ ہی مطلب ہے ان کی تھکاوٹ ہو، کیونکہ بچے بہت زیادہ سفر کر رہے ہیں اس حوالے سے تعلیمی لحاظ سے خاص کر کے. اور سٹینڈرڈ اصل چیز ہے سٹینڈرڈ مہیا کرنا. تو اس کے لیے فی الحال تو ہم لوکل اساتذہ کے ساتھ ہی مشاورت کر رہے ہیں، کیونکہ ان کی رہنمائی میں چلنا اور ان کو ساتھ لے کے چلنا ہم ضروری بھی سمجھتے ہیں، ایک لحاظ سے مجبوری بھی ہے، ایک لحاظ سے فرض بھی بنتا ہے کہ ہر گاؤں کے ہر بندے کو ساتھ لے کر چلے. لیکن انشاءاللہ اس کے لیے ہم لایا عمل بنا رہے ہیں اور امید کرتے ہیں کہ اچھے نتیجے پہ پہنچیں گے. اسرار بھائی، آپ یہ بتائیے گا کہ جو کام آپ نے بتایا یہ بھی بہت ضروری ہے، یقیناً اس میں کوئی شک شبہ نہیں ہے، یہ ہر گاؤں کی ضرورت ہے، صفائی نصف ایمان ہے. لیکن اس جو کام آپ نے کر دیا ہے وہ تو بہت اچھا ہو گیا، اور ہر گاؤں میں یقیناً یہی کام مختلف ویلفیئر پلیٹ فارم سے ہو رہے ہیں. ابھی آپ کے گاؤں میں جیسے میں دوسرے گاؤں کے پیج پر دیکھتا رہتا ہوں کہ کوئی اسٹریٹ لائٹس لگا رہا ہے، کوئی شجر کاری کر رہا ہے، کوئی اور پارک بنا رہا ہے. ابھی تک ہمارے جتنے بھی گاؤں ہیں وہاں کوئی تفریح کے لیے، بیٹھنے کے لیے کسی گاؤں میں بھی پارک نہیں بنا. اس حوالے سے آپ کیا کہیں گے سر؟ بہت شکریہ رؤف صاحب. سر میں پہلے جڑے کام گنوائے وہ تے ہر گاؤں دی ضرورت ہے اور بیسک کام اسی کوشش کیتی ہے کہ اسی بیسک کام تے ورک پہلے کریے. صرف ٹائم پیریڈ جڑا وہ مارچ اور اپریل ہے، مئی سٹارٹنگ ہے، بلکہ آج 17-18 ہو گئی ہے، 2 مہینے اور ٹوٹل 17 دن ہوئے. اور سی اپنے آپ تے بڑے مطمئن نہ کہ سی ٹوٹل
2 ਮਹੀਨੇ 17 ਦਿਨਾਂ ਜਿਤਨੇ ਕੰਮ ਕਰ ਚੁੱਕੇ ਹਾਂ। ਸ਼ਾਇਦ ਵੇਖੋ ਸਰ ਜੀ, ਤੁਸੀਂ ਇੱਕ ਘਰ 'ਚ ਵਾਸ਼ਰੂਮ ਬਣਾਉਣਾ ਤੇ ਉਹਦੇ ਇਤਨਾ ਟਾਈਮ ਲੱਗ ਜਾਂਦਾ ਸੋਚਣ ਤੇ ਅਸੀਂ ਅੱਲਾਹ ਦੇ ਫਜ਼ਲ ਨਾਲ ਬੜੇ ਜ਼ਿਆਦਾ ਕੰਮ ਕਰ ਚੁੱਕੇ ਹਾਂ। ਸਾਡੇ ਮੈਂ ਅੱਗੇ ਵੀ ਮੈਂਸ਼ਨ ਕਰ ਚੁੱਕਿਆ ਹਾਂ ਕਿ گاؤں ਵਿੱਚ ਸਾਡਾ ਪਾਰਕ ਦਾ 2 ਜਗ੍ਹਾ ਤੇ ਮਨਸੂਬਾ ਹੈ। ਸਾਡੇ ਕੋਲ ਸ਼ਾਮਲਾਟ ਜਗ੍ਹਾ ਹੈ ਮੁਸ਼ਤਰਕਾ ਖਾਤੇ ਜਿਹੜੇ گاؤں ਨਹੀਂ ਹਨ। ਔਰ ਜਿਹੜਾ ਸੀ ਕੱਲ ਮੈਂ ਜ਼ਿਕਰ ਪਹਿਲੇ ਥੋੜੀ ਦੇਰ ਪਹਿਲੇ ਕਰ ਰਿਹਾ ਸੀ ਕਿ ਜਿਹੜਾ ਜੋ ਰੇ ਸੀ ਉਹ ਪਹਿਲੇ ਭਰਵਾ ਰਹੇ ਹਾਂ, ਉਹ ਪਾਣੀ ਖਤਮ ਕਰਾਂਗੇ। ਸਾਡਾ ਉੱਥੇ ਪਾਰਕ ਦੇ ਰਿਹਾ ਹੈ। ਸਟਰੀਟ ਲਾਈਟ ਤੇ ਬਿਲਕੁਲ ਸਾਡਾ ਨੈਕਸਟ ਪ੍ਰੋਜੈਕਟ ਇਨਸ਼ਾਅੱਲਾ ਵਿਦਨ 1 ਮੰਥ ਅਸੀਂ ਇਨਸ਼ਾਅੱਲਾ ਸਟਰੀਟ ਤੇ ਵਰਕ ਸਟਾਰਟ ਕਰ ਦੇਵਾਂਗੇ ਔਰ ਸਾਡਾ ਜਲਦੀ ਮੁਕੰਮਲ ਹੋ ਜਾਏਗਾ। ਬਾਕੀ ਮੈਂ ਪਹਿਲੇ 2-3 ਚੀਜ਼ਾਂ ਮੈਂਸ਼ਨ ਨਹੀਂ ਕੀਤੀਆਂ। ਸਾਡੇ گاؤں ਵਿੱਚ ਜਿੱਥੇ ਸਾਡਾ ਮੇਨ ਬੱਸ ਸਟੈਂਡ ਹੈ, ਸਾਡੇ ਕੋਲ ਤੇ ਇੰਤਜ਼ਾਰਗਾਹ ਕੋਈ ਨਹੀਂ। ਪਤਾ ਹੈ ਸਾਰੇ گاؤں 'ਚ ਇਸ ਤਰ੍ਹਾਂ ਹੁੰਦਾ, ਕੋਈ ਕਿੱਥੇ ਸਿਰ ਲੁਕਾ ਲੈਂਦਾ, ਕੋਈ ਕਿੱਥੇ ਸਿਰ ਲੁਕਾ ਲੈਂਦਾ। ਅਲਹਮਦੁਲਿਲਾ ਸਾਡੇ ਫਾਊਂਡੇਸ਼ਨ ਦੇ ਮੁਤਰਕ ਮੈਂਬਰ ਜੁਨੇਦ ਰਿਆਜ਼ ਡਾਕਟਰ ਸਾਹਿਬ ਉਹਨਾਂ ਡੋਨੇਟ ਕੀਤਾ ਹੈ ਔਰ ਮੁਸਾਫਿਰ ਖਾਨਾ ਔਰ ਇੰਤਜ਼ਾਰਗਾਹ ਤਿਆਰ ਹੋ ਚੁੱਕੀ ਹੈ। ਸਾਡੇ ਸਕੂਲ 'ਚ ਮੈਂ ਪਹਿਲੇ ਉਹ ਵੀ ਮੈਂਸ਼ਨ ਨਹੀਂ ਕੀਤਾ ਕਿ ਸਾਡੇ ਮਦਰਸੇ ਵਿੱਚ ਕੈਮਰਿਆਂ ਦਾ ਔਰ ਕੰਪਿਊਟਰਾਂ ਦਾ ਪ੍ਰੋਬਲਮ ਆਈ ਔਰ ਅਸੀਂ ਵੇਖੋ ਕੈਮਰੇ ਤੇ ਇੱਕ ਸ਼ਹਿਰ 'ਚ ਲਾਏ ਜਾਂਦੇ ਨੇ, ਅਸੀਂ ਐਡਵਾਂਸ ਸਿਸਟਮ ਆਪਣੇ ਮਦਰਸਿਆਂ 'ਚ ਵੀ ਲੈ ਆਂਦਾ ਹੈ ਤਾਂ ਕਿ ਸਾਡੇ ਸਾਰਾ ਕਰਾਮ ਨਿਗਰਾਨੀ ਰੱਖਣ। ਔਰ ਪਾਰਕ ਔਰ ਸਟਰੀਟ ਲਾਈਟ ਔਰ ਸਾਈਨ ਬੋਰਡ ਸਾਡੇ ਨੈਕਸਟ ਮੇਨ ਪ੍ਰੋਜੈਕਟ ਨੇ ਜਿਹੜੇ ਅਸੀਂ 2-3 ਮਹੀਨਿਆਂ 'ਚ ਮੁਕੰਮਲ ਕਰਨਾ ਚਾਹੁੰਦੇ ਹਾਂ। ਈਵਨ ਕਿ ਸਾਡੇ ਕੋਲ ਬਜਟ ਜਿਹੜਾ ਹੈ ਇਹ ਸਾਡੇ ਕੋਲ ਫੰਡ ਮੌਜੂਦ ਨੇ, ਅਸੀਂ ਇਨਸ਼ਾਅੱਲਾ ਮਈ ਜੂਨ ਜੁਲਾਈ ਤੱਕ ਇਹ ਮੁਕੰਮਲ ਕਰਾਂਗੇ। सर ये डेरा जात नहीं है, भी कोई गुटेबली बनाया ना, जिस तरह इरफान हुसैन एडवोकेट साहब कह रहे थे कि ज्यादा आबादी जो है वो डेरा जात पर रैश पजीर है, तो उनके लिए भी आपको कुछ ना कुछ उनको ऑफर तो देनी होगी ना, ताकि उन तक भी ये सहूलियात जो है इस प्लेटफॉर्म की जो समरात है उन तक भी पहुंच सके। उस हवाले से आप क्या कहेंगे? सर जी बिल्कुल जी इरफान साहब कह रहे हैं वो गल ते हकीकत है कि हर बंदे का दिल करता है सन सहूलत मिले, सन दुनियावी फायदा मिले। सर मैं ਉਹਨਾਂ ਭਾਈਆਂ ਅੱਗੇ ਬੜੀ ਮੁਤਬਾਨਾ ਗੁਜ਼ਾਰਿਸ਼ ਕਰਨਾ ਚਾਹਾਂਗਾ ਔਰ ਮੈਂ ਉਹਨਾਂ ਦੀ ਮਿਹਨਤ ਕਰਨਾ ਚਾਹਾਂਗਾ ਕਿ ਜਿਹੜਾ ਅਜੇ ਤੱਕ ਇਹ ਸੋਚ ਰਹੇ ਨੇ ਜਾਂ ਇਤਰਾਜ਼ ਕਰ ਰਹੇ ਨੇ, ਮੈਂ ਉਹਨਾਂ ਅੱਗੇ ਪਹਿਲੇ ਵੀ ਦੱਸ ਚੁੱਕਿਆ ਸਰ ਜੀ ਆਪਣੀ ਜ਼ਾਤ ਵਾਸਤੇ ਸਾਰੇ ਜੀਂਦੇ ਨੇ, ਕਾਸ਼ ਕੋਸ਼ਿਸ਼ ਕਰਨ ਕਿ ਦੂਜਿਆਂ ਵਾਸਤੇ ਜੀਵੀਏ। ਮੈਂ ਸਾਰਿਆਂ ਤੋਂ ਪਹਿਲੇ ਇਹ ਸੋਚਾਂਗਾ ਕਿ ਮੈਨੂੰ ਕੋਈ ਫਾਇਦਾ ਮਿਲੇ ਤੇ ਮੈਂ گاؤں ਦਾ ਆਖਰੀ ਬੰਦਾ ਹਾਂ, ਮੈਨੂੰ ਕੋਈ ਆਪਣੀ ਜ਼ਾਤ ਦੇ ਵਾਸਤੇ ਫਾਇਦਾ ਮਿਲੇ। ਜਿਹੜੇ ਭਾਈ ਇਹ ਸੋਚ ਰਹੇ ਹਨ ਉਹਨਾਂ ਦਾ ਹੱਕ ਜ਼ਰੂਰ ਬਣਦਾ ਹੈ ਕਿਉਂਕਿ ਇਨਸਾਨ ਹੈ, ਉਹਦੀ ਫਿਤਰਤ ਤੇ ਉਹ ਚਾਹੁੰਦਾ ਹੈ ਕਿ ਮੇਰੇ ਕੋਲ ਅੱਛਾ ਰਸਤਾ ਹੋਵੇ, ਮੇਰੇ ਕੋਲ ਲਾਈਟ ਹੋਵੇ, ਮੇਰੇ ਕੋਲ ਸਾਰੀਆਂ ਸਹੂਲਤਾਂ ਜ਼ਰੂਰ ਹੋਣ। ਲੇਕਿਨ ਸਰ ਸਾਰਿਆਂ ਤੋਂ ਪਹਿਲੇ ਸਾਡੇ ਕੋਲ ਉਸ ਲੈਵਲ ਦੇ ਫੰਡ ਨਹੀਂ ਕਿ ਅਸੀਂ 2-3 ਮਹੀਨੇ ਸਭ ਮੁਕੰਮਲ ਕਰੀਏ। ਸਾਡੇ ਕੋਲ ਟੋਟਲ 2.5 ਮਹੀਨਿਆਂ 'ਚ ਜਿਹੜੇ ਕੰਮ ਕੀਤੇ ਨੇ, ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਬੇਸਿਕ ਕਿ ਅਸੀਂ گاؤں ਵਿੱਚ ਜਿਹੜੇ ਸਾਡੇ ਗੈਰ ਕਾਸ਼ਤਕਾਰ ਭਾਈ, ਜਿਹੜੇ ਸਾਡਾ ਗਰੀਬ ਤਬਕਾ ਹੈ, ਅਸੀਂ ਉਹ ਸਹੂਲਤਾਂ ਦੇ ਸਕੀਏ ਜਿਹੜੇ ਇੱਕ ਸਹੂਲਤ ਤੋਂ ਜ਼ਿਆਦਾ ਬੰਦੇ ਫਾਇਦਾ। ਫਾਰ ਐਗਜ਼ਾਮਪਲ ਸਰ ਮੇਰੀ ਰਹਿਸ਼ ਡੇਰੇ ਤੇ ਹੈ, ਅਗਰ ਮੈਂ ਆਪਣੇ ਡੇਰੇ ਛੋਟਾ ਮੋਟਾ ਰਸਤਾ ਬਣਾਉਂਦੀ ਹਾਂ ਤਾਂ ਉੱਥੇ ਮੇਰੀ ਜ਼ਾਤ ਜਾਂ ਸ਼ਾਇਦ ਮੇਰੇ ਬਰਾਦਰੀ 2-4 ਭਰਾ ਫਾਇਦਾ ਉਠਾਉਣਗੇ। ਮੈਂ ਕਿਉਂ ਨਾ ਉੱਥੇ ਆਪਣੀ ਜ਼ਾਤ ਦੀ ਕੁਰਬਾਨੀ ਦੇਵਾਂ ਔਰ ਮੈਂ ਉਸ ਜਗ੍ਹਾ ਤੋਂ ਫੰਡ ਲਵਾਂ ਜਿੱਥੇ ਕਮ ਅਜ਼ ਕਮ 200-400 ਬੰਦਾ ਫਾਇਦਾ ਉਠਵਾ ਲਵੇ। ਅਸੀਂ ਯਕੀਨ ਦਿਲਾਉਂਦੇ ਹਾਂ ਕਿ ਅਸੀਂ ਜਦੋਂ ਤੱਕ ਅਸੀਂ ਸਾਰੇ ਮਾਮਲਾ ਸਾਡੇ ਹੱਲ ਪ੍ਰੋਬਲਮ ਨਾ ਹੱਲ ਹੋ ਰਹੀਆਂ ਅਸੀਂ ਉਦੋਂ ਤੱਕ ਇਨਸ਼ਾਅੱਲਾ ਇਹਦੇ ਚੱਲਦੇ ਰਹਾਂਗੇ। ਲੇਕਿਨ ਸਰ ਤੁਹਾਨੂੰ ਪਤਾ ਹੈ ਕਿ ਡੇਰਾ ਜਾਤ ਜਿਹੜੇ ਕੋਈ 2-4-5-10 ਡੇਰੇ ਨਹੀਂ, گاؤں ਦੇ ਹਰ ਸਾਈਡ ਤੇ ਡੇਰੇ ਨੇ ਔਰ ਉਹਨਾਂ ਦੀ ਗਿਣਤੀ ਕਰਨ ਲੱਗ ਪਈਏ ਸ਼ਾਇਦ ਸਾਡੇ ਕੋਲ ਕਾਪੀ ਫਿਲ ਹੋ ਜਾਵੇ, ਇਤਨੇ ਡੇਰਾ ਜਾਤ ਨੇ। ਅਸੀਂ ਹਰ ਉਸ ਡੇਰੇ ਜਾਤ ਤੇ ਫਿਰ 2-3 ਮਹੀਨੇ ਸਹੂਲਤ ਨਹੀਂ ਪਹੁੰਚਾ ਸਕਦੇ। ਹਾਂ ਅਸੀਂ ਇਨਸ਼ਾਅੱਲਾ ਜਦੋਂ ਸਾਡੇ ਕੋਲ ਫੰਡ ਫालतू ਹੋਣਗੇ, ਸਾਡੇ ਇਕੱਠੇ ਹੋਣਗੇ, ਅਸੀਂ ਉਹ ਫੰਡ ਕਿਤੇ ਕਰਨੇ ਨੇ, ਉਹ ਫੰਡ ਸਾਡੇ ਇਸ گاؤں ਦੀ ਸਾਡੇ ਨਾ ਡੇਰਿਆਂ ਦੀ ਅਮਾਨਤ ਹੋਣਗੇ ਔਰ ਅਮਾਨਤ ਨੂੰ ਤੁਹਾਨੂੰ ਪਤਾ ਸਾਜੀ ਕਿ ਅਮਾਨਤ ਨੂੰ ਫਿਰ ਕਿਸ ਤਰੀਕੇ ਪਹੁੰਚਾਇਆ ਜਾਵੀਦਾ, ਉਹ ਅਮਾਨਤ ਨੂੰ ਵਧਾ ਕੇ ਦੇਵੀਦਾ, ਅਮਾਨਤ ਨੂੰ ਛੋਟਾ ਕਰਕੇ ਜਾਂ ਕਮ ਕਰਕੇ ਨਹੀਂ ਦੇਵੀਦਾ। ਅਸੀਂ ਚਾਹੁੰਦੇ ਹਾਂ ਕਿ ਸਾਡੇ ਡੇਰੇ ਉੱਤੇ ਇਤਨੀ ਰੋਸ਼ਨੀ ਹੋਵੇ, ਇਤਨਾ ਰਸਤਾ ਆਸਾਨ ਹੋਵੇ ਕਿ ਸਾਡੇ ਕਿਸੇ ਬਜ਼ੁਰਗ ਨਾ ਰਸਤੇ ਰੁਕਾਵਟ ਨਾ ਹੋਵੇ, ਸਾਡੇ ਕਿਸੇ ਬੇਟੇ ਨੂੰ ਪ੍ਰੋਬਲਮ ਨਾ ਹੋਵੇ ਔਰ ਇਨਸ਼ਾਅੱਲਾ ਅਸੀਂ ਇਹ ਸਾਰੀਆਂ ਚੀਜ਼ਾਂ ਆਸਤਾ ਦੂਰ ਕਰਾਂਗੇ। ਲੇਕਿਨ ਸਾਨੂੰ ਥੋੜਾ ਜਿਹਾ ਟਾਈਮ ਚਾਹੀਦਾ। ਜਿਹੜੇ ਭਾਈ ਬਜ਼ੁਰਗ ਅਗਰ ਇਹ ਸਵਾਲਾਤ ਕਰਦੇ ਨੇ ਉਹਨਾਂ ਦੇ ਖਿਆਲਾਤ ਨੇ ਉਹ ਸਾਨੂੰ ਥੋੜਾ ਜਿਹਾ ਟਾਈਮ ਦੇਣ। ਅਗਰ ਅਸੀਂ ਗਲਤ ਜਗ੍ਹਾ ਤੋਂ ਫੰਡ ਯੂਜ਼ ਕਰਾਂਗੇ ਜਾਂ ਇਹਨਾਂ ਮਹਿਸੂਸ ਹੁੰਦਾ ਹੈ ਕਿ ਫੰਡ ਅੱਗੇ ਨਹੀਂ ਲੱਗ ਰਿਹਾ, ਕਿਉਂਕਿ ਬਲਕਿ ਐਸਾ ਮਹਿਸੂਸ ਕਰਨਾ ਵਾਲਾ ਸੋਚ ਹੀ ਨਹੀਂ, ਕਿਉਂਕਿ ਸਾਡੇ ਕੋਲ ਨਿਜ਼ਾਮ ਇਤਨਾ ਸ਼ਫਾਫ ਹੈ ਕਿ 120 ਮੈਂਬਰ ਔਰ ਬਾਕੀ گاؤں ਦਾ ਹਰ ਬੰਦਾ ਵੇਖ ਰਿਹਾ ਕਿ ਫੰਡ ਕਿਸ ਕੋਲੋਂ। ਇੱਕ ਸਾਰ ਐਸੇ ਬੰਦੇ ਕੋਲ ਫੰਡ ਕਿ ਜਿਹੜੇ گاؤں ਦਾ ਕੋਈ ਬੰਦਾ ਵੀ ਉਹਦੀ ਜ਼ਾਤ ਤੇ ਸ਼ੱਕ ਨਹੀਂ ਕਰ ਸਕਦਾ ਔਰ ਹਰ ਰੋਜ਼ ਦੀ ਲਿਸਟ ਸਾਡੇ ਗਰੁੱਪ 'ਚ ਆ ਰਹੀ ਹੈ। ਕੋਈ ਵੀ ਭਾਈ ਸਾਡਾ ਜਿਹੜਾ ਛੋਟੇ ਤੋਂ ਛੋਟਾ ਜਿਹੜਾ ਬਿਲਕੁਲ ਸਿਰਫ ਐਡ ਹੈ ਨਾ ਉਹ ਵੀ ਹਿਸਾਬ ਲੈ ਸਕਦਾ ਹੈ ਔਰ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਅਸੀਂ ਕਰਾਂਗੇ। ਲੇਕਿਨ ਭਾਈ ਸਾਡੇ ਥੋੜਾ ਜਿਹਾ ਇੰਤਜ਼ਾਰ ਕਰਨ, ਸਾਨੂੰ ਟਾਈਮ ਦੇਣ ਬਸ।
नाजरीन, आपने सुना और बिलखसूस चोटीला के दोस्तों के लिए जो बात इसरार अहमद गुंदर साहब ने की है कि आप बिला झिझक इस कार खैर में हिस्सेदार बने। यकीनन जब आप इसमें शामिल होंगे तो बेहतर अंदाज से जो है वो फैसले किए जा सकेंगे कि कौन सा काम करना जरूरी है और कौन सा बाद में करना और कौन सा पहले करना जरूरी है। अभी 2 माह हुए हैं, तो यकीनन 2 माह की कारकर्दगी अगर देखी जाए तो वो शानदार कारकर्दगी है और इसमें हर बंदा जो है वो अपना बेहतरीन किरदार अदा कर रहा है। जवाद सिकंदर साहब, आप ये बताइएगा कि चोटीला के तकरीबन लगभग 1500 बंदे जो है वो ओवरसीज है और इसमें ज्यादातर लोग जो है वो यूरोप में है और अभी तक आपके पेज पर 120 ऐड हुए हैं। तो बाकी लोगों को किस तरह मैसेज दिया जाए, किस तरह उनको मोटिवेट किया जाए कि वो भी इस कार खैर का हिस्सा बने और सब जो है मिलकर, जब 1500 में से 1000 भी मेंबर बनेगा तो मेरा ख्याल है चोटीला के मसाइल जो है वो भी 1 महीने में हल हो जाएंगे, क्योंकि 1000 बंदा बहुत बड़ी तादाद है और अल्लाह है चोटीला में। तो मंडी बहाउद्दीन में सबसे जो अमीर गांव है वो भी यकीनन चोटीला है और पूरा मंडी बहाउद्दीन आपकी तरफ देख रहा है कि आप किस तरह आगे बढ़े और आपकी तकलीफ जो है वो दूसरे गांव भी करे। इस हवाले से सर आप क्या कहेंगे? जी सर, इसके हवाले से मैं ये कहूँगा, पहले तो हमारी जो कारकर्दगी से हम अपना जो है ना कन्विंस कर सकेंगे अपने दूसरे भाइयों को जो फिलहाल डाउट में है कि हम ये इतनी इसकी लॉन्ग टर्म चलने के नहीं तसरात होंगे या फाउंडेशन के, इसको उनको तो हम पहले जो है ना हमारे जो फिलहाल काम हो चुके हैं, जो पहले हम किन्हीं सियासियों के इंतज़ार में होते थे करवाने के या किसी और एक पर्सनली बंदा को करता था और वो एक या आधा काम होता था और फिर उसके बाद फिर उसकी मेंटेनेंस नहीं हो सकती थी और वो सब जो है ख़राब हो जाता था। तो पहले तो हम, जैसे मैं कह रहा हूँ कि कारकर्दगी से हम जो है ना अपना ये दिखा रहे हैं और दूसरों को भी कन्विंस कर रहे हैं। आगे बेशक हमारे गांव के जो है ना 1500 मेंबर 1500 राज जो हैं यहाँ बाहर ओवरसीज कंट्रीज़ में हैं और इस ग्रुप में जो है काफ़ी सारे ऐसे भी हैं जो एक फैमिली का एक मेंबर जो है ना हम इसके अंदर शामिल है, यानी कि 120 जो हैं उनके पीछे यानी कि 3-4 मेंबर्स वैसे भी उनकी फैमिली के हैं जो ग्रुप में नहीं है, लेकिन उनकी जो सपोर्ट वो हमारे ग्रुप को कर रहे हैं। और आगे ऐसा जब हम अपनी ये सब अचीवमेंट्स लोगों को दिखाते हैं और बंदे भी हम सब लोग जो हैं एक दूसरे को मिलते रहते हैं और फिर वो हमेशा जिक्र होता है कि हाँ जी क्या चल रहा है आपकी फाउंडेशन में आजकल, और उनको फिर सर अपडेट करते हैं सब जो नई प्रोजेक्ट्स होते हैं, जो हमारे अगले मंसूबे होते हैं। और फिर जो बंदे शुरुआत में तो कुछ लोग हमारे ऊपर डाउट करने होते थे कि हाँ जी काम बहुत सारे हैं, ये जज्बा बहुत ज़्यादा दिखा रहे हैं और ये होंगे नहीं वगैरह वगैरह, और एक ही ना एक करके ऐसे छोटे स्टेप करके हम जो इसमें कामयाब हो रहे हैं इंशाल्लाह। और आगे भी इसके ज़रिए से हम जो ना और इंशाल्लाह ज़्यादा मेंबर को कन्विंस करेंगे हमारे साथ शामिल होने की और जो दूसरे मसाइल हैं उनके ऊपर फोकस करने की। सॉरी, नेटवर्क की खराबी की वजह से मुझे आवाज नहीं आ रही। 1 सेकंड में ट्राई कर रहा हूँ कि आप तक आवाज पहुंच सके। जी जस्ट जी, अब आवाज आ रही है आपको? जी आ रही है रब साहब। जी आ रही। जी सर आ रही है। आपको आवाज आ रही है सर? आवाज आ रही है? जी आ रही है। जी सर आवाज आ रही है आपकी बिल्कुल। इसरार भाई, मेरे शायद नेटवर्क की खराबी की वजह से मैं आपको सुन नहीं पा रहा। आपसे क्या मैसेज देना चाहेंगे ताकि नाजरीन सुन सकें? सर मैं फाउंडेशन ਦੇ ਹਵਾਲੇ ਨਾਲ ਇਹਨਾਂ ਕੰਮਾਂ ਦੇ ਹਵਾਲੇ ਨਾਲ ਕਿ ਸਾਡਾ ਆਉਣੇ ਦਾ ਮਕਸਦ ਕੀ ਇਹਦੇ ਚ ਤਕਰੀਬਨ ਜਿੰਨੀ ਕਮੇਟੀਆਂ ਬਣ ਚੁੱਕੀਆਂ ਹਨ, ਮੇਰੇ ਖਿਆਲ ਨਾਲ ਸ਼ਾਇਦ ਮੇਰੇ ਇਲਮ ਦੇ ਮੁਤਾਬਕ 100 ਦੇ ਨਜ਼ਦੀਕ ਪਹੁੰਚ ਚੁੱਕੀਆਂ ਕਮੇਟੀਆਂ ਪੂਰੇ ਮੰਡੀ 'ਚ। ਸਰ ਇਹਦੇ ਵਿੱਚ ਇੱਕ ਮੇਨ ਮਕਸਦ ਸਾਡਾ ਹੈ ਹੀ ਇੱਕ ਅੱਲਾ ਦੀ ਜ਼ਾਤ ਵਾਸਤੇ ਕੰਮ ਕਰਨਾ। ਅਸੀਂ ਆਪਣੇ ਨਾਮਾ ਮਾਲ 'ਚ ਅਸੀਂ ਆਪਣੀ ਆਖਰਤ ਵਾਸਤੇ ਨੇਕੀਆਂ ਇਕੱਠੀਆਂ ਕਰਨੀਆਂ ਤਾਂ ਕਿ ਸਾਡਾ ਖਜ਼ਾਨਾ नेकी का खजाना साडे नाल इतना ज्यादा है कि ਅਸੀਂ आखिरत च अल्लाह दी ज़ात में अपना चेहरा खा सकीए। बाकी सर मैं थोड़े जा 2 गांव
ਅੱਜ ਤਸੀਮ ਪੇਸ਼ ਕਰਨਾ ਚਾਹੁੰਦਾ ਇਸ ਪ੍ਰੋਗਰਾਮ ਦੇ ਵਾਲੇ ਨਾਲ। ਸਾਡੇ ਕੋਲ ਪਹਿਲੇ ਤਾਂ ਰੋਲ ਮਾਡਲ ਮਾਸ਼ਾਅੱਲਾ ਸਾਡੇ ਜਿਹੜੇ ਤੁਸੀਂ ਭਾਈ ਰੁਕੰਦਰ ਸਾਹਿਬ ਤੁਹਾਡਾ ਗਾँव ਰੋਲ ਮਾਡਲ ਆਈ ਬਹੁਤ ਹੈਗਰ ਵਾਲਾ। ਔਰ ਮੈਨੂੰ ਜਿਹੜੀ ਹੁਣ ਥੋੜੀ ਮਾਲੂਮਾਤ ਪਹਿਲੇ ਮਿਲੀ ਢੋਕ ਜੋੜੀ ਅੱਜ ਤੋਂ 10-15 ਦਿਨ ਪਹਿਲੇ ਮੈਂ ਕੰਮ ਸਟਾਰਟ ਕੀਤਾ ਜਿਹਦਾ 200 ਮੈਂ ਉਹਨਾਂ ਨੂੰ ਸਾਡੇ ਤਸੀਮ ਪੇਸ਼ ਕਰਦਾ ਕਿ ਸਾਡੇ ਚੋਟ ਦੀ ਰਾਹ ਜਿਨ੍ਹਾਂ ਦਾ 1500 ਮੈਂਬਰ ਹੈ ਉਹਨਾਂ ਦਾ 120 ਹੈ ਤੁਹਾਡਾ 204 ਸਾਡੇ ਚੋਟ ਵਾਲੇ ਸੁਣ ਕੇ ਥੋੜਾ ਜਿਹਾ ਮਿਹਰਬਾਨੀ ਕਰੋ। ਬਾਕੀ ਨਾਮ ਜਿਹੜਾ ਤੁਸੀਂ ਮੈਨੂੰ ਜ਼ਿਕਰ ਕੀਤਾ ਮੁਰਾਲੇ ਦਾ ਕਿ ਉਹਨਾਂ ਦਾ ਫੰਡ ਅਰਾਊਂਡ ਅਬਾਊਟ ਜਿਹੜੇ ਸਟਾਰਟਿੰਗ ਇਕੱਠਾ ਹੋ ਗਿਆ 1 ਕਰੋੜ ਤੋਂ ਬਾਅਦ ਹੋ ਗਿਆ। ਉਹਨਾਂ ਵੀ ਨੋ ਡਾਊਟ ਕਿ ਬਹੁਤ ਜ਼ਿਆਦਾ ਕੰਮ ਕੀਤਾ ਔਰ ਉਹ ਵੀ ਖਰਾਜ ਤਹਿਸੀਨ ਦੇ ਮੁਸਤਹਿਕ ਨੇ ਔਰ ਮੈਂ ਉਹਨਾਂ ਨੂੰ ਸਲਾਮ ਪੇਸ਼ ਕਰਦਾ ਕਿ ਤੁਸੀਂ ਇਤਨਾ ਸੋਹਣਾ ਔਰ ਖੂਬਸੂਰਤ ਕੰਮ ਕਰ ਰਹੇ ਔਰ ਮੈਂ ਖਾਸ ਕਰ ਮੇਰੇ ਨਾਲ ਉਹਨਾਂ ਦੇ ਐਡ ਮਾਯੂਸ ਸਿਕੰਦਰ ਸਾਹਿਬ ਨੂੰ ਕਿ ਉਹ ਮੈਂ ਜਿਸ ਟਾਈਮ ਗੱਲ ਕਰਦਾ ਤੇ ਬਾਜੀ ਮੈਂ 24 ਘੰਟੇ ਉੱਤੇ ਹੀ ਲੱਗਿਆ ਕਿਤੇ ਯਾਰ ਟਾਈਮ ਨਹੀਂ ਦੇ ਰਹੇ। ਉਹ ਕਹਿੰਦਾ ਕਿ ਮੈਂ ਇੱਦਾਂ ਹੀ ਲੱਗਿਆ। ਬਾਕੀ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜੇ ਬਾਕੀ ਸਾਡੇ ਭਾਈ ਇੰਤਜ਼ਾਰ ਕਰ ਰਹੇ ਨੇ ਜਾਂ ਜਿਹੜੇ ਪਿਛਲੀ ਸਾਈਡ ਤੇ ਮੌਜੂਦ ਨੇ ਉਹਨਾਂ ਦੀ ਇੱਕ ਹੀ ਰਿਕੁਐਸਟ ਹੈ ਕਿ ਖੁਦਾਰਾ ਇਹ ਤੁਹਾਡਾ ਕਿਸੇ ਦੀ ਜ਼ਾਤ ਤੇ ਕੋਈ ਅਹਿਸਾਨ ਨਹੀਂ, ਕਿਸੇ ਦੀ ਜ਼ਾਤ ਵਾਸਤੇ ਤੁਸੀਂ ਕੁਝ ਨਹੀਂ ਕਰਨਾ। ਯਕੀਨ ਕਰ ਜਾਓ ਖੁਦਾ ਗਵਾਹ ਹੈ ਕਿ ਤੁਸੀਂ ਆਪਣੀ ਜ਼ਾਤ ਵਾਸਤੇ ਇਹ ਤੁਹਾਡਾ ਆਪਣੇ ਨਾਮਾ ਮਾਲ ਵਾਸਤੇ ਕਰਨਾ। ਤੁਹਾਡਾ ਸੌਦਾ ਤੁਹਾਡਾ 10,000 ਤੁਹਾਡਾ ਲੱਖ ਤੁਹਾਡਾ 50 ਲੱਖ ਹੈ ਤੁਹਾਡਾ ਰੱਬ ਦੀ ਜ਼ਾਤ ਨਾਲ ਤਜਾਰਤ ਹੈ। ਤੁਸੀਂ 10 ਲੱਖ ਦੇ ਰਹੇ ਹੋ ਤੁਸੀਂ ਉਮੀਦ ਰੱਖੋ ਕਿ 60 ਲੱਖ ਵਾਪਸ ਆਵੇਗਾ। 10,000 ਦੇ ਰਹੇ ਹੋ ਤੁਮ 10 ਨਾਲ ਜ਼ਰਬ ਦਿਓ ਤੁਹਾਡੇ ਕੋਲ 60,000 ਔਰ ਜਿਹੜੀ ਨੈਕਸਟ ਔਰ ਉਸ ਵਕਤ ਜੋ ਆਖਰਤ ਤੇ ਸਨ ਸਰ ਜੀ ਇੱਕ ਨੇਕੀ ਦੀ ਜ਼ਰੂਰਤ ਹੋਵੇਗੀ ਔਰ ਦੱਸਾਂਗੇ ਔਰ ਕਿਉਂ ਨਹੀਂ ਸਰ ਜੀ ਰਸਤੇ ਤੋਂ ਇੱਕ ਅਸੀਂ ਪੱਥਰ ਟਾਵੀਏ ਸਨ ਕਿੰਨੀਆਂ ਨੇਕੀਆਂ ਮਿਲਦੀਆਂ ਹਰ ਮੁਸਲਮਾਨ ਨੂੰ ਪਤਾ ਹੈ। ਜੇ ਅਸੀਂ ਰਸਤੇ ਤੇ ਟਫ ਟਹਿ ਲਵਾ ਦੇਾਂਗੇ ਤਾਂ ਸਰ ਜੀ ਫਿਰ ਨੇਕੀਆਂ ਦਾ ਹਿਸਾਬ ਲਾਓ ਨਾ। ਇੱਕ ਗੁੰਡ ਪਾਣੀ ਨਾਲ ਕਿਤਨਾ ਸਵਾਬ ਹੈ। ਅਗਰ ਸਾਰੇ ਅਸੀਂ ਵਾਟਰ ਪਲਾਂਟ ਦੇ ਦਿੰਦੇ ਹਾਂ ਤਾਂ ਸਾਨੂੰ ਉਹਦਾ ਨੇਕੀ ਦਾ ਹਿਸਾਬ ਲਾਓ ਕਿ ਅਸੀਂ ਉਹਦੀ ਕੈਲਕੂਲੇਸ਼ਨ ਕਰੀਏ ਔਰ ਫਿਰ ਅਸੀਂ ਇਕੱਠੀਆਂ ਕਰੀਏ ਤਾਂ ਮੇਰੇ ਖਿਆਲ ਨਾਲ ਸਾਡੇ ਜਿਹੜਾ ਖੁਸ਼ਕਿਸਮਤੀ ਕੋਈ ਨਹੀਂ ਕਿ ਅਸੀਂ ਉਹ ਨੇਕੀਆਂ ਆਪਣੀਆਂ ਨਾਲ ਲੈ ਜਾਵੀਏ। ਔਰ ਮੈਂ ਉਮੀਦ ਕਰਦਾ ਔਰ ਸਾਰਿਆਂ ਭਾਈਆਂ ਦੀ ਰਿਕੁਐਸਟ ਹੈ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਕਰ ਸਕਾਂ ਕਿ ਆਪਣੇ گاؤں ਵਾਲੇ ਭਾਈ ਸਾਡੇ ਜਿਹੜੇ ਖੁਦਾਰਾ ਅਗਰ 1500 ਬੰਦਾ ਹੈ ਤੇ ਕਮ ਅਜ਼ ਕਮ 750 ਤੇ ਹੋਣਾ ਚਾਹੀਦਾ ਸਾਡੇ ਕੋਲ ਅੱਜ ਤੱਕ। ਔਰ ਮੈਂ ਉਮੀਦ ਕਰਦਾ ਕਿ ਅੱਲਾ ਦੀ ਜ਼ਾਤ ਉਹਨਾਂ ਨੂੰ ਹਦਾਇਤ ਦੇਵੇ ਉਹਨਾਂ ਦਾ ਦਿਲ ਰੋਸ਼ਨ ਕਰੇ ਔਰ ਉਹ ਇਸ ਸਾਡੇ ਘਰੋਂ ਸ਼ਾਮਲ ਹੋ ਕੇ ਸਾਡਾ ਨਾ ਹੱਥ ਵਟਾਣ ਉਹ ਆਪਣਾ ਆਪ ਸਹੀ ਕਰਨ ਔਰ ਉਹਨਾਂ ਆਪਣਾ ਜ਼ਾਤ ਵਾਸਤੇ ਉਹਨਾਂ ਦਾ ਫਾਇਦਾ ਹੋਵੇ। माशाल्लाह। इरफान भाई आप क्या मैसेज देंगे सर? जी सर जिस तरह जवाब सिकंदर साहब कह रहे सन कि एक बंदा अगर एक फैमिली की नुमाइंदगी कर रहा तो उस 2 या 3 या 4 मैंबर होर ਜਿਹੜੇ ਸਪੋਰਟ ਕਰ ਰਹੇ ਉਸ ਹਵਾਲੇ ਨਾਲ ਅਪਰੋਕਸੀਮੇਟਲੀ ਸਾਡੀ ਤਾਦਾਦ ਜਿਹੜੀ ਹੈ ਉਹ 400 ਦੇ ਰਾਉਂਡ ਅਬਾਊਟ ਜਾਣੀ ਚਾਹੀਦੀ ਹੈ। ਮਤਲਬ ਇਹ ਸਾਡੀ ਇੱਕ ਕੋਸ਼ਿਸ਼ ਹੋਣੀ ਚਾਹੀਦੀ ਹੈ। ਇਹਨਾਂ ਸਾਨੂੰ ਅਚੀਵ ਕਰਨਾ ਵੀ ਚਾਹੀਦਾ 400 ਦਾ ਫਿਗਰ ਜਿਹੜਾ ਉਹ ਐਟਲੀਸਟ ਅਗਰ ਅਸੀਂ ਇੱਕ ਫੈਮਿਲੀ ਚ ਇੱਕ ਬੰਦਾ ਵੀ ਜਿਹੜਾ ਉਹ ਕਰੀਏ ਤੇ। ਬਾਕੀ ਜਿਸ ਤਰ੍ਹਾਂ ਗੱਲ ਪਹਿਲੇ ਹੋ ਰਹੀ ਹੈ ਬੈਸਾਰ ਕਹਿ ਰਹੇ ਸਨ ਕਿ ਵੀ گاؤں ਵਿੱਚ ਜਿਹੜਾ ਗੈਰ ਕਾਸ਼ਤਕਾਰ ਤਬਕਾ ਰਹਿ ਰਿਹਾ ਉਹਨਾਂ ਵਾਸਤੇ ਅਸੀਂ ਆਸਾਨੀਆਂ ਪੈਦਾ ਕਰ ਰਹੇ ਹਾਂ। ਜ਼ਾਹਰੀ ਬਾਤ ਹੈ ਪਹਿਲੇ ਇਹੀ ਮਨਸੂਬਾ ਬਣਾਇਆ ਗਿਆ ਕਿ ਉਹਨਾਂ ਲੋਕਾਂ ਨੂੰ ਤਰਜੀਹ ਦਿੱਤਾ ਜਾਏ। ਇੱਕ ਤੇ ਹੈ ਕਿ ਜਿਹੜੇ ਆਪਣੇ ਆਪ ਵਾਸ ਨਹੀਂ ਕਰ ਸਕਦੇ। ਦੂਸਰਾ ਉਹਨਾਂ ਮਨਸੂਬਿਆਂ ਨੂੰ ਤਰਜੀਹ ਦਿੱਤੀ ਜਾਏ ਜਿੱਥੇ ਇੱਕ ਪੈਨੀ ਦਾ ਇੱਕ ਮਤਲਬ ਕੋਈ ਵੀ ਚੀਜ਼ ਜਿਹੜੀ ਇਸਤੇਮਾਲ ਹੋ ਰਹੀ ਹੈ ਉਸ ਤੋਂ ਜ਼ਿਆਦਾ ਲੋਕ ਮੁਸਤਫੀਦ ਹੋਣ। ਇਸ ਵਜ੍ਹਾ ਤੋਂ ਹੀ ਅਸੀਂ ਪਹਿਲੇ ਆਪਣੇ گاؤں ਦਾ ਜਿਹੜਾ ਮਤਲਬ ਹੈ ਮੇਨ ਆਬਾਦੀ ਹੈ ਉਸ ਨੂੰ ਟਾਰਗੇਟ ਕੀਤਾ। ਉਸ ਨੂੰ ਅਸੀਂ ਸਾਰੀਆਂ ਸਹੂਲੀਅਤ ਮੁਹੱਈਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਸਤੇ ਠੀਕ ਕੀਤੇ ਨੇ, ਨਿਕਾਸੀ ਦਾ ਨਿਜ਼ਾਮ ਆ ਉਸ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਾਫ਼ ਪਾਣੀ ਮੁਹੱਈਆ ਕੀਤਾ, ਸਕੂਲ ਦੀ ਜਗ੍ਹਾ ਆਈ ਉਸ ਨੂੰ ਮਤਲਬ ਕੀਤਾ। ਅੱਗੇ ਹੁਣ ਅਸੀਂ ਟਾਰਗੇਟ ਅਗਲਾ ਸਾਡਾ ਇਹ ਹੈ ਕਿ ਜਿਹੜੀਆਂ ਬਿਜਲੀ ਦੀਆਂ ਤਾਰਾਂ ਨੇ ਉਹ ਵੀ ਠੀਕ ਕੀਤੀਆਂ ਜਾਣ, ਉਹਨਾਂ ਨੂੰ ਵੀ ਚੈੱਕ ਕੀਤਾ ਜਾਏ। ਲੇਕਿਨ ਉਸ ਤੋਂ ਅੱਗੇ ਜਿਹੜੀ ਚੀਜ਼ ਰਸਤਿਆਂ ਵਾਲੀ ਹੋ ਰਹੀ ਹੈ ਉਹ ਵੀ ਵੇਖਿਆ ਜਾਵੇ ਅਲਟੀਮੇਟਲੀ ਡੇਰਾ ਜਾਤ ਦੇ ਲੋਕਾਂ ਦਾ ਫਾਇਦਾ ਵੀ ਹੈ ਲੇਕਿਨ ਉਸ ਵਿੱਚ ਵੀ ਗੈਰ ਕਾਸ਼ਤਕਾਰ ਤਬਕਾ ਜਿਹੜਾ ਉਹਨਾਂ ਦਾ ਬਹੁਤ ਜ਼ਿਆਦਾ ਫਾਇਦਾ। ਕਿਉਂਕਿ ਦਿਹਾੜੀਦਾਰ ਦਿਨ ਦਿਹਾੜੀ ਕਰਦਾ ਸ਼ਾਮ ਨੂੰ ਉਹਨੇ ਜਦੋਂ ਵਾਪਸ ਆਉਣਾ ਹੁੰਦਾ ਉਹਨੇ ਆਪਣੇ ਸਾਈਕਲ ਤੇ ਲੱਕੜੀਆਂ ਵੀ ਲੱਦ ਕੇ ਲੈ ਆਉਣੀਆਂ ਨੇ, ਉਹਨੇ ਉੱਥੋਂ ਚਾਰਾ ਵੀ ਲੈ ਆਉਣਾ, ਮਤਲਬ ਉਹ ਲੋਡਡ ਹੁੰਦਾ, ਉਹਨੇ ਵੀ ਉਹਨਾਂ ਰਸਤਿਆਂ ਤੋਂ ਆਉਣਾ। ਤੇ ਇਸ ਤੋਂ ਸਾਨੂੰ ਥੋੜਾ ਜਿਹਾ ਇਸ ਚੀਜ਼ ਨੂੰ ਫੋਕਸ ਕਰਨਾ ਪਏਗਾ ਕਿ ਗੈਰ ਕਾਸ਼ਤਕਾਰ ਲੋਕਾਂ ਦਾ ਵੀ ਫਾਇਦਾ ਹੈ ਤੇ ਤਾਂ ਕਿ ਵੇਖੋ ਨਾ ਇੱਕ ਸੋਚ ਹੈ, ਇੱਕ ਸੋਚ ਤੇ ਆਈਡੀਆ ਹੈ ਕਿ ਲੋਕ
اپنے ذاتی مفادات میں قربان کرتے ہیں، اجتماعی مفادات میں ترجیح دے، یہ بہت اچھی چیز ہے۔ اس واسطے ہے کہ ساڈے پنڈ دے اتنے سارے لوگ ایکٹیو ہوئے بھی اور وہ ٹائم بھی دے رہے ہیں، ہن بھائی اسرار گئے واپس، اور اوورسی لوگ پہلے بھائی جنید گئے سن، چاچو اعظم گئے سن، مطلب یہ اپنا قیمتی ٹائم بھی دے رہے ہیں، لوگ پیسہ بھی دے رہے ہیں۔ یہ چیزاں تے اون جے لوگ نے جڑے اپنا آپ ذاتی مفاد میں چھڑ کے اجتماعی تے قربان کر رہے ہیں، لیکن وہ لوگ جڑے اس انتظار وچ نے کہ کچھ نہ کچھ سن بھی ملے، دیکھو نا انہوں نے بھی اسی لے کے تے آنا اس فورم تے، اگر اسی انہاں واسطے یہ کرنے ہیں کہ جی یہ ذاتی مفادات نہ یا تھوڑا جا دیکھو نا، ایک بندہ اگر 100 دیندا تے وہ آکھدا کہ یار 5 دا فائدہ میں نے بھی ہو گیا، تے سانوں انہاں چیزاں ال بھی جانا پائے گا، پھر ہی انہاں ممبران دی تعداد جیڑی ہے وہ بڑھے گی انشاءاللہ۔ تے عرفان بھائی اس پلیٹ فارم سے تو عرفان بھائی اس پلیٹ فارم سے تو فائدے دوسروں کا ہو رہا ہے جی، تو میرا تو یہی پیغام ہے، گاؤں میں اگر جو لوگ سن رہے ہیں ضلع کی سطح پہ یا پاکستان کی کسی بھی سطح پہ یا جہاں بھی لوگ بیٹھے ہیں، کہ اجتماعیت کے لیے نکلیں، اجتماعیت کا فائدہ میں ہی ہر انفرادیت کا فائدہ ہے، تو اجتماعیت کی بہتری ہوگی تو گاؤں کی بہتری ہوگی، ضلع کی، اور ایک دن اسی طرح یہ سلسلہ چلتا چلتا بڑا قومیں اسی طرح بنتی ہیں، افراد ہی چند ایک فرد سے کام شروع ہوتا ہے تو اتنے کام ہو جاتے ہیں، تو انشاءاللہ یہ تو ایک طرح کا بہتری کا ایک طوفان برپا ہے، خاص کر ہمارے ضلع میں، جس طرح مطلب 100 سے زیادہ گاؤں اپنی بہتری کے لیے خود نکل پڑے ہیں، تو انشاءاللہ بہت جلد جو ہے ہمارے ضلع کی ساری تقدیر بدلنے والی ہے، اور انشاءاللہ جلد اچھائی کی امید ہے۔ جواد صدر صاحب، مختصر پیغام اپنے زیرو والوں کے نام۔ جی میں دعوت دیتا ہوں سب اپنے بھائیوں کو جو اس وقت ابھی تک ہمارے ساتھ شامل نہیں ہوئے، انہوں نے ہماری فی الحال جو پروجیکٹس اچیو ہوئے ہیں ان کے اوپر دیکھیں، ہم نے ہر جو ہے کام وہ سب سے مشورے کے ساتھ ہوا اور کیا ہے، اور ہر حساب کا جو ہے ہم ہر ایک بندے کو کلیئرنس دے سکتے ہیں، اور ہمارے ساتھ شامل ہوئیں، اور انشاءاللہ ہم جو مل کر جو اپنے گاؤں کو بہتر بنائیں اور انشاءاللہ بنائیں گے۔ بہت شکریہ ناظرین، آپ نے چوٹ دھیرا کے دوستوں کی گفتگو سنی، کس طرح وہ اپنے گاؤں میں چوٹ دھیرا ورسز فاؤنڈیشن کے پلیٹ فارم سے رفائی کاموں میں بڑھ چڑھ کر حصہ لے رہے ہیں، اور آنے والے وقت میں کیا کرنے کا ان کا ارادہ ہے یہ بھی آپ نے سنا۔ یقیناً ہم سب مل کر اجتماعی طور پر جب کوشش کریں گے تو ہم اپنے مسائل جو ہیں وہ خود حل کر لیں گے۔ ہمیں کسی کے اوپر اب گلے شکوے کرنے کی بجائے اپنے حصے کا کام کرنا ہے، اپنے آپ کو اس کام کے لیے وقت کرنا ہے، اپنے مسائل کو بہتر جگہ پہ لگانا ہے، تب جا کر ہمارے مسائل حل ہوں گے۔ یہ 70 سال کے مسائل جو ہیں یہ اب مزید اگر انتظار کرتے رہیں گے کہ کوئی اوپر سے آ کے حل کرے گا تو یقیناً ہم وقت ضائع کر رہے ہیں۔ ہمیں اب خود آگے نکلنا ہوگا، اور جس طرح چوٹ دھیرا اور دیگر 100 کے لگ بھگ گاؤں میں ویلفیئر کمیٹیاں بن گئی ہیں، اسی طرح ضلع منڈی بہاولدین کے ہر گاؤں میں جو اوورسیز ہیں، جو مقامی لوگ ہیں، وہ باہر نکلیں، ویلفیئر کمیٹیاں بنائیں اور اجتماعیت کو فروغ دے کر اپنے مسائل خود جو ہے وہ حل کریں۔ یقیناً اب یہ پروگرامز کا سلسلہ جو ہے یہ چلتا رہے گا، اور دیگر ویلفیئر کمیٹیز کے جو ذمہ داران ہیں ان کے ساتھ بھی پروگرام کیے جائیں گے۔ تمام دوستوں کا بہت شکریہ، آپ نے وقت نکالا۔ انشاءاللہ پھر ملاقات ہوگی، اجازت دیجیے، اللہ حافظ۔